मैं हारदी नहीं, दुनिया हरांदी आ। कई जैलस फील करते हैं, कई पता नहीं की उन्होंने मिलता है तोड़ के कि साढ़े चंगे भले बच्चे नहीं कर सकते आ जी। तुरते फिरते आ साढ़े नियाणे इस पोस्ट तक पहुंचे नहीं। ये आप अज किद्दां पहुंच गई इत्थे तक करके ही दिखाना जा करना आ, बस करना ही आ, मरन का तो सोचना ही नहीं। ਉਹੀ ਜਿਹੜੀ ਜਿੰਦ ਜਾਨ ਮਰਨ ਨੂੰ ਲਾਣੀ ਉਹੀ ਕੰਮ ਕਰਨ ਨੂੰ ਮੈਂ ਲਾਤੀ। ਸਿੰਗਿੰਗ ਪੇਂਟਿੰਗ ਬਹੁਤ ਸ਼ੌਕ ਆ ਮੇਰੇ, ਪੇਂਟਿੰਗ 'ਚ ਨੰਬਰ ਹੀ ਬੜੇ ਆਉਂਦੇ ਸੀਗੇ ਕਿਉਂਕਿ ਦੇਖੋ ਕੋਈ ਪੇਂਟਿੰਗ ਸਿੱਖ ਕੇ ਆਂਦੀ ਨਾ, ਮੈਨੂੰ ਬਿਨਾਂ ਸਿੱਖੇ ਹੀ ਆਏ ਰੰਗ ਦੇ ਬਸੰਤੀ ਚੋਲਾ। ਕਈ ਬਹੁਤ ਮੂੰਹ ਦੇ ਮਿੱਠੇ ਹੁੰਦੇ ਆ ਤੇ ਦਿਲ ਦੇ ਬੜੇ ਪਾਪੀ ਹੁੰਦੇ ਆ। मुँह ते दिखाते ना हेलो बेटा ये वो आपकी हेल्प करेंगे हम, आप ही ये कर लेना। हाँ तो बाद चो सडनली परे जाके उन्होंने की करना, चेंज कर देना माइंड, अगले भी भड़का देना ये जी फ्रॉड है ये वो। थानू मैं हैंडीकैप्ट कुड़ी फ्रॉड लगदी? एक प्यार देख लिया मैनू किन्ना करदे आ, वो थोड़ा जिहा डाउट हुंदा आ। ते जदों मैनू अटैक आया उदों देख लिया मेरे भैन भरावां च बहुत ज़्यादा मेरा प्यार। अप्लाई तो किन्नी वारी कितना, सुननी हुंदी मेरी, मैं निराश होके आ जानी सी। घर आके नहीं दसना कि मैं रो के आई हाँ ये वो फलाना, नहीं कहना कोई गल नहीं मम्मी नैक्सट टाइम हले पई है जिंदगी, मैं नैक्सट टाइम ट्राई करूँगी। मम्मी खुश हो जाते से। जो तुहाडे हत्थ दे विच हुनर है ना वो फड़ लो, देखो कामयाबी आपे मिलूगी। सोच 50% तो मिलूगी, नहीं तो वो भी नहीं मिलती। सत श्री अकाल, तुसी देख रहे हो RMB ਟੈਲੀਵਿਜ਼ਨ ਤੇ मैं हाँ चंदन। ਅੱਜ-ਕੱਲ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣਾ ਚਾਹੁੰਦੇ ਨੇ। ਉਹਨਾਂ ਦੇ ਕੋਲ ਸਾਰਾ ਕੁਝ ਹੁੰਦਾ ਹੈ, ਉਹਨਾਂ ਦੇ ਕੋਲ ਧਨ ਦੌਲਤ ਸ਼ੌਹਰਤ ਹੁੰਦੀ ਹੈ, ਪੇਰੈਂਟਸ ਦਾ ਸਪੋਰਟ ਹੁੰਦਾ ਹੈ ਤੇ ਸਮਾਜ ਦੇ ਵਿੱਚ ਵੀ ਵਧੀਆ ਉਹਨਾਂ ਦੀ ਕਹਿ ਸਕਦੇ ਹਾਂ ਕਿ ਇੱਕ ਇਮੇਜ ਜਿਹੜੀ ਹੈ ਉਹ ਬਣੀ ਹੁੰਦੀ ਹੈ। ਪਰ ਫਿਰ ਵੀ ਉਸ ਤੋਂ ਬਾਅਦ ਵੀ ਕਈ ਲੋਕ ਸੰਤੁਸ਼ਟ ਨਹੀਂ ਹੁੰਦੇ ਆਪਣੀ ਜ਼ਿੰਦਗੀ ਤੋਂ, ਹਾਲਾਂਕਿ ਸਾਰਾ ਕੁਝ ਲਾਈਫ ਦੇ ਵਿੱਚ ਮਿਲਿਆ ਹੁੰਦਾ ਹੈ। ਬਸ 2 ਕਦਮ ਅੱਗੇ ਵਧਾਉਣ ਦੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਉਹ 2 ਕਦਮ ਵਧਾਉਣ ਨੂੰ ਲੈ ਕੇ ਕਾਲ ਕਰ ਜਾਂਦੇ ਹਾਂ ਤੇ ਕਈ ਵਾਰ ਜ਼ਿੰਦਗੀ ਤੋਂ ਥੱਕ ਹਾਰ ਕੇ ਟੁੱਟ ਕੇ ਬੈਠ ਜਾਂਦੇ ਹਾਂ। ਅਗਰ ਇੱਕ ਵਾਰ ਦੇ ਵਿੱਚ ਸਾਨੂੰ ਸਕਸੈਸ ਨਹੀਂ ਮਿਲਦੀ, ਜ਼ਿੰਦਗੀ ਸਾਨੂੰ ਕਈ ਠੋਕਰਾਂ ਮਾਰਦੀ ਹੈ, ਤਾਂ ਉਸ ਤੋਂ ਬਾਅਦ ਅਸੀਂ ਜ਼ਿੰਦਗੀ ਤੋਂ ਹਾਰ ਕੇ ਬੈਠ ਜਾਂਦੇ ਹਾਂ, ਦੁਬਾਰਾ ਉੱਠਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪਰ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਲਾਈਫ ਦੇ ਵਿੱਚ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਮੁਸ਼ਕਿਲਾਂ ਆਈਆਂ, ਪਰ ਉਹਨਾਂ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਹੋਇਆਂ ਉਹਨਾਂ ਨੇ ਜ਼ਿੰਦਗੀ ਦੀ ਇਸ ਜੰਗ ਨੂੰ ਜਾਰੀ ਰੱਖਿਆ ਹੈ। ਤੁਹਾਨੂੰ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਵਾਂਗੇ ਜੋ ਕਿ ਆਪਾਂ ਕਹਿ ਲਈਏ ਕਿ ਸਰੀਰਕ ਤੌਰ 'ਤੇ ਹੈਂਡੀਕੈਪ ਨੇ, ਪਰ ਫਿਰ ਵੀ ਉਹ ਬਹੁਤ ਅੱਗੇ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਵਧੇ ਨੇ। ਲੋਕਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ, ਸਮਾਜ ਨੇ ਸਪੋਰਟ ਨਹੀਂ ਕੀਤਾ, ਪਰ ਉਹਨਾਂ ਨੇ ਸਾਰੀਆਂ ਸਮਾਜ ਦੀਆਂ ਜ਼ੰਜੀਰਾਂ ਨੂੰ ਤੋੜ ਕੇ, ਸਾਰੀਆਂ ਹੱਦਾਂ ਸਰਹੱਦਾਂ ਨੂੰ ਪਾਸੇ ਰੱਖਦਿਆਂ ਹੋਇਆਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਰ ਦਿਖਾਇਆ ਸ਼ਾਇਦ ਕਿਸੇ ਨੇ ਉਸ ਦੀ ਆਸ ਵੀ ਨਹੀਂ ਸੀ ਰੱਖੀ। ਅਸੀਂ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਹੀਨਾ ਦੇ ਨਾਲ, ਜੋ ਕਿ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਮੁਕਾਮ ਹਾਸਿਲ ਕਰ ਚੁੱਕੇ ਨੇ। ਹੀਨਾ, ਬਹੁਤ ਬਹੁਤ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਪਬਲਿਕ ਨੂੰ। ਸੋ ਜੀ ਹੀਨਾ, ਜਿਵੇਂ ਕਿ ਮੈਂ ਪਹਿਲਾਂ ਵੀ ਆਡੀਅנס ਨੂੰ ਦੱਸਿਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦੇਖੀਆਂ। ਸਭ ਤੋਂ ਪਹਿਲਾਂ ਤਾਂ ਤੁਸੀਂ ਜਿਵੇਂ ਪਹਿਲਾਂ ਵੀ ਦੱਸਿਆ ਆਡੀਅנס ਨੂੰ ਕਿ ਤੁਸੀਂ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਉਹਨਾਂ ਮੁਸ਼ਕਿਲਾਂ ਦੇ ਨਾਲ ਲੜੇ, ਜੋ ਜਿਹਨਾਂ ਕੋਲ ਸਾਰਾ ਕੁਝ ਹੁੰਦਾ ਉਹ ਫਿਰ ਵੀ ਉਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਕਿਤੇ ਨਾ ਕਿਤੇ ਕਤਰਾਉਂਦੇ ਰਹਿੰਦੇ ਨੇ। ਔਰ ਅੱਜ ਹੀਨਾ ਤੁਹਾਨੂੰ ਦੱਸ ਦਈਏ ਕਿ ਕਾਰਪੋਰੇਸ਼ਨ, ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚੋਂ ਕਲਰਕ ਵੀ ਹੈਗੇ ਨੇ, ਕਲਰਕ ਦੀ ਜੌਬ ਇਸ ਵਕਤ ਉਹ ਕਰਦੇ ਪਏ ਨੇ। ਬਟ ਇਹਨਾਂ ਮੁਸ਼ਕਿਲਾਂ ਦੇ ਵਿੱਚੋਂ ਨਿਕਲਦਿਆਂ ਹੋਇਆਂ ਤੁਹਾਨੂੰ ਕੀ ਕੁਝ ਸਹਿਣਾ ਪਿਆ? ਬਹੁਤ ਕੁਝ ਸਹਿਣਾ ਪਿਆ, ਹੁਣ ਵੀ ਸਹਿੰਦੀ ਹਾਂ ਮੈਂ। ਇਹ ਨਹੀਂ ਹੈ ਕਿ ਮੈਂ ਉਦੋਂ ਹੀ ਸਹਿਣਾ ਪਿਆ ਆ, ਜੌਬ ਦੇ ਅਕੋਰਡਿੰਗ ਵੀ ਮੈਂ ਸਹਿੰਦੀ ਹਾਂ। ਕੋਈ ਗੱਲਾਂ ਆ ਨਹੀਂ ਮੈਂ ਦੱਸ ਸਕਦੀ ਹਾਂ, ਹੋ ਜਾਂਦੀਆਂ ਆ। ਆਸ ਹੁਣ ਵੀ ਤੋੜਨ ਦੀ ਪੂਰੀ ਕਰਦੇ ਆ, ਬਟ ਮੈਂ ਟੁੱਟਦੀ ਨਹੀਂ ਆ। ਮੈਂ ਹੁਣ ਦੇਖੋ, ਮੈਂ ਤੁਹਾਨੂੰ ਦੱਸਿਆ ਮੈਂ ਬਿਮਾਰ ਪਈ ਦੀ 1 ਮਹੀਨਾ, ਅਤੇ ਮੈਨੂੰ ਪਤਾ ਹੈ ਕਿ ਮੈਨੂੰ ਮਨੀ ਸ਼ਾਰਟ ਹੋ ਗਈ, ਕਿੰਨੀ ਪੈਸੇ ਦੀ ਦਿੱਕਤ ਹੋ ਗਈ। ਫਿਰ ਵੀ ਪੇਰੈਂਟਸ ਕਰਦੇ ਰਹੇ, ਕਰਾਉਂਦੇ, ਲੇਕਿਨ ਮੈਂ ਆਸ ਨਹੀਂ ਛੱਡੀ। ਮੇਰਾ ਕੰਟੈਕਟ ਰਹਿੰਦਾ ਹੀ ਆ ਕੰਮ ਨੂੰ ਲੈ ਕੇ, ਕੰਪਿਊਟਰ ਨੂੰ ਲੈ ਕੇ, ਕਿ ਮੈਂ ਇਹ ਚੀਜ਼ਾਂ ਕਰਨੀਆਂ ਹੀ ਆ। ਵੈਸੇ ਆਸ ਛੱਡਣੀ ਵੀ ਨਹੀਂ ਚਾਹੀਦੀ ਆ। ਕਈ ਹੁਣ ਮੈਨੂੰ ਕਈ ਹੈਂਡੀਕੈਪਟ ਬੱਚਿਆਂ ਦਾ ਮੈਨੂੰ ਫੋਨ ਆਉਂਦਾ ਆ, ਸਪੈਸ਼ਲੀ ਆਉਂਦਾ ਕਿ ਤੁਹਾਨੂੰ ਕਿੱਦਾਂ ਜੌਬ ਮਿਲੀ ਆ, ਕਿੱਦਾਂ ਮੁਕਾਮ 'ਤੇ ਇਸ 'ਤੇ ਪਹੁੰਚ ਗਿਆ। ਦੇਖੋ ਅਸੀਂ ਥੱਕ ਹਾਰ ਕੇ ਅਸੀਂ ਆਪਣੇ ਘਰ ਬੈਠੇ ਪਏ ਹਾਂ, ਸਾਨੂੰ ਨਹੀਂ ਮਿਲਦੀ ਪਈ ਆ। ਸਾਨੂੰ ਰੀਜ਼ਨ ਇਹੀ ਦੱਸਦੇ ਆ, ਤੁਸੀਂ ਕਿੱਦਾਂ ਕਰੋਗੇ ਜੀ ਹੈਂਡੀਕੈਪਟ ਆ। ਮੈਂ ਕਿਹਾ ਰੀਜ਼ਨ ਇਹ ਆ, ਕਹਿੰਦੇ ਤੁਸੀਂ ਕੰਪੀਟੀਸ਼ਨ ਕੀਤਾ ਸੀ ਜਾਂ ਕੋਈ ਅਪਲਾਈ। ਮੈਂ ਕਿਹਾ ਅਪਲਾਈ ਕਰਾ ਕੇ ਨਾ ਮੈਂ ਥੱਕ ਗਈ ਸੀ।
ਤੇ ਦੇਖੋ ਹੁਣ ਦੇਸ਼ 15 ਅਗਸਤ ਆ ਰਹੀ ਹੈ, ਮੈਂ ਕਿਹਾ ਮੈਂ 15 ਅਗਸਤ ਵਾਲੇ ਦਿਨ ਉੱਥੇ ਗਾਣਾ ਗਾਉਂਦੀ ਸੀਗੀ, ਉੱਥੇ ਗਾਣਾ ਗਾ ਰਹੀ ਸੀ ਤਾਂ ਉੱਥੇ ਸਾਰੇ ਹੀ ਆਏ ਸੀ, ਮੇਅਰ ਸਾਹਿਬ ਆਏ ਸੀ, ਸਭ ਜਿੰਨੇ ਵੀ ਆ ਅਫਸਰ ਜਿੰਨੇ ਵੀ ਵੱਡੇ ਸਾਰੇ ਆਏ ਸੀਗੇ। ਉਹਨਾਂ ਨੇ ਮੇਰਾ ਗਾਣਾ ਸੁਣਿਆ, ਦੇਖਿਆ ਕਿ ਇਸ ਕੰਡੀਸ਼ਨ 'ਚ ਮੈਂ ਉੱਥੇ ਖੜੀ ਹੋ ਕੇ ਗਾ ਰਹੀ ਸੀ, ਗੱਲ ਤੁਰਦੀ ਸੀ, ਬਾਰਿਸ਼ ਇੰਨੀ ਹੋ ਰਹੀ ਸੀ ਤਾਂ ਵੀ ਮੈਂ ਤੁਰੀ ਭੱਜੀ ਫਿਰਦੀ ਸੀਗੀ ਉੱਥੇ। ਤਾਂ ਉਹਨਾਂ ਨੇ ਫਿਰ ਪੁੱਛਿਆ, ਮੈਂ ਕਿਹਾ ਮੈਨੂੰ ਲੋੜ ਆ, ਉਹਨਾਂ ਨੇ ਕਿਹਾ ਅਪਲਾਈ ਕੀਤਾ, ਮੈਂ ਕਿਹਾ ਹਾਂਜੀ ਮੈਂ ਅਪਲਾਈ ਕੀਤਾ, 2017 'ਚ ਵੀ ਕੀਤਾ, 2019 'ਚ ਵੀ ਕੀਤਾ, ਪਰ ਲੇਕਿਨ ਮੈਨੂੰ ਸੀਟ ਮਿਲੀ ਹੀ ਨਹੀਂ ਆ। ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਹੁਣ ਫੇ ਕਰੋ ਵੀ ਜੇ ਉਹਨਾਂ ਕੋਲ ਜਿੰਨੀ ਹੈਲਪ ਹੋ ਸਕਦੀ ਉਹ ਮੇਰੀ ਕਰਨਗੇ। ਫਿਰ ਮੈਂ ਗਈ, ਉਹਨਾਂ ਨੂੰ ਦੱਸਿਆ ਆਪਣੀ ਕੁਆਲੀਫਿਕੇਸ਼ਨ ਵਗੈਰਾ ਸਾਰਾ ਕੁਝ ਦੱਸਿਆ। ਫਿਰ ਉਹਨਾਂ ਨੇ ਮੈਨੂੰ ਰੱਖਿਆ ਜੂਨੀਅਰ ਕਲਰਕ ਐਂਡ ਟ੍ਰੇਨਿੰਗ ਤੇ ਰੱਖਿਆ ਹੋਇਆ ਮੈਨੂੰ ਕਿ ਹਾਂ ਕੱਲ੍ਹ ਨੂੰ ਇੱਕ ਇਹਨੂੰ ਵੱਡੀ ਪੋਸਟ, ਮੈਂ ਕਲਰਕ ਤੱਕ ਹੀ ਨਹੀਂ ਰਹੂੰਗੀ, ਮੈਨੂੰ ਮੇਰੀ ਚਾਹ ਆ ਮੈਂ ਅੱਗੇ ਵੀ ਵਧਣਾ। ਇਹ ਆ ਮੈਨੂੰ ਹੈਲਪ ਇਸ ਚੀਜ਼ ਦੀ ਨਹੀਂ ਚਾਹੀਦੀ, ਪੈਸੇ ਧੇਲੇ ਦੀ ਹੈਲਪ ਚਾਹੀਦੀ ਕਿ ਮੈਂ ਕੁਝ ਕਰ ਜਾਵਾਂ, ਅੱਗੋਂ ਜਾ ਕੇ ਮੇਰੀ ਹੈਲਪ ਨਾ ਕਰੋ, ਮੈਂ ਆਪਣੀ ਬਦੌਲਤ ਕਮਾਈ ਨਾਲ ਕਰ ਜਾਵਾਂ, ਮੇਰੀ ਸਿਰਫ ਓਨੀ ਕੀ ਹੈਲਪ ਕਰ ਦਿਓ, ਉਹੀ ਬਹੁਤ ਆ, ਜੋ ਕਿ ਉਹਨਾਂ ਨੇ ਮੇਰੀ ਕੀਤੀ ਆ ਕਿ ਮੈਨੂੰ ਨੌਕਰੀ ਤੇ ਰੱਖਿਆ। ਹੁਣ ਮੈਂ ਕੰਮ ਜਾਂਦੀ ਆ, ਚਾਹੇ ਮੇਰੀ ਥੋੜੀ ਸੈਲਰੀ ਆ ਲੇਕਿਨ ਬਹੁਤ ਅੱਛਾ ਗੁਜ਼ਾਰਾ ਹੋ ਜਾਂਦਾ। ਹੁਣ ਮੈਨੂੰ ਜੋ ਬੱਚੇ ਫੋਨ ਕਰਕੇ ਕਹਿੰਦੇ ਆ, ਉਹਨਾਂ ਕੋਲ ਹੱਥ 'ਚ ਕੁਝ ਵੀ ਨਹੀਂ ਹੈ, ਐਵੇਂ ਡਿਪੈਂਡਡ ਆ ਕਿਸੇ ਤੇ। ਕਿਉਂਕਿ ਜਦੋਂ ਲਾਈਫ 'ਚ ਇੱਦਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਤਾਂ ਅਕਸਰ ਇਨਸਾਨ, ਚੰਗੇ ਭਲੇ ਇਨਸਾਨ ਦੂਸਰੇ ਤੇ ਡਿਪੈਂਡ ਹੋ ਜਾਂਦੇ ਨੇ। ਹੀ ਨਾ, ਜਦੋਂ ਤੁਸੀਂ ਬਚਪਨ ਦੇ ਵਿੱਚ ਵੀ ਬਹੁਤ ਕੁਝ ਦੇਖਿਆ ਹੋਏਗਾ ਹੈ ਨਾ, ਸਕੂਲ, ਉਸ ਤੋਂ ਬਾਅਦ ਫਿਰ ਆਪਣੀ ਹਾਇਰ ਐਜੂਕੇਸ਼ਨ, ਫਿਰ ਉਸ ਤੋਂ ਬਾਅਦ ਜੌਬ ਤੱਕ ਦਾ ਤੁਸੀਂ ਸਫ਼ਰ ਕੀਤਾ। ਬਚਪਨ ਦੇ ਵਿੱਚ ਪੇਰੈਂਟਸ ਦਾ ਤੁਹਾਨੂੰ ਕਿੰਨਾ ਕੁ ਸਪੋਰਟ ਰਿਹਾ, ਅਤੇ ਨਾਲ ਹੀ ਜਿਹੜਾ ਆਪਾਂ ਸਮਾਜ ਦੀ ਗੱਲ ਕਰੀਏ ਤਾਂ ਉਹ ਕਿਸ ਨਜ਼ਰੀਏ ਦੇ ਨਾਲ ਹੀਨਾ ਨੂੰ ਦੇਖਦਾ ਹੁੰਦਾ ਸੀ ਉਦੋਂ ਤਾਂ ਮਾੜਾ ਹੀ ਸੀ। ਪੇਰੈਂਟਸ ਦਾ ਬਹੁਤ ਵਧੀਆ ਸੀ, ਪੇਰੈਂਟਸ ਦਾ ਹੁਣ ਵੀ ਵਧੀਆ ਆ, ਹੁਣ ਪਰ ਇਹ ਆ ਵੀ ਸਮਾਜ ਹੁਣ ਬਹੁਤ ਜ਼ਿਆਦਾ ਕਰਨ ਲੱਗ ਪਿਆ ਮੇਰੇ ਨਾਲ। ਹਾਂਜੀ, ਹੁਣ ਉਹ ਦੇਖਦੇ ਆ ਹੌਸਲਾ ਇੰਨਾ ਜ਼ਿਆਦਾ ਆ ਕਿ ਹਰ ਕੰਮ ਹੈ ਡਿਪੈਂਡਡ ਕਿਸੇ ਚੀਜ਼ 'ਤੇ ਆਪਣੇ ਹੁੰਦੀ ਨਹੀਂ ਆ ਕਿਸੇ ਦੀ। ਕੋਈ ਮੇਰੀ ਹੈਲਪ ਕਰ ਲਵੇ ਤੇ ਗੱਲ ਵੱਖਰੀ ਆ, ਕੋਈ ਅਗਰ ਉਹ ਵੀ ਹੈਲਪ ਦਿਲੋਂ, ਇੱਕ ਹੁੰਦੀ ਨਾ ਦਿਲੋਂ ਹੈਲਪ ਕਰਕੇ ਆਪਾਂ ਭੁੱਲ ਜਾਈਏ, ਉਹ ਇਨਸਾਨ ਜਦੋਂ ਮੇਰੇ ਲਾਗੇ ਆਉਂਦੇ ਨੇ ਮੈਨੂੰ ਬਹੁਤ ਅੱਛੇ ਲੱਗਦੇ ਆ, ਕਿਉਂਕਿ ਦਿਲੋਂ ਦੇਖੋ ਉਹ ਸੋਚਦੇ ਆ ਕਿ ਇਹ ਕਰ ਸਕਦੀ ਆ, ਕਿ ਇਹਨੂੰ ਇੱਦਾਂ ਦਾ ਕੋਈ ਕੰਮ ਦਈਏ ਕਿ ਵਾਕਈ ਅਸੀਂ ਇਹਦੇ ਅੱਖਾਂ ਤੋਂ ਪਰੇ ਵੀ ਹੋ ਜਾਈਏ, ਇਹ ਨਾ ਹੋਵੇ ਲਾਚਾਰ ਹੋ ਜਾਵੇ, ਇਹ ਕੰਮ ਕਰ। ਉਹ ਫਿਰ ਬੜਾ ਪ੍ਰਾਊਡ ਉਹਨਾਂ ਨੂੰ ਫੀਲ ਹੁੰਦਾ ਕਿ ਹਾਂ ਥੋੜ੍ਹੀ ਜਿਹੀ ਹੈਲਪ ਦੇ ਵਿੱਚ ਇਹ ਕਿੰਨਾ ਕੁਛ ਕਰ ਰਹੀ ਆ। ਇਹ ਚੀਜ਼ ਆ। ਬਾਕੀ ਦਿੱਕਤਾਂ ਜਿਹੜੇ ਮੇਰੇ ਬਚਪਨ 'ਚੋਂ ਤਾਂ ਬਹੁਤ ਆਈਆਂ ਆ, ਬਾਕੀ ਹੁਣ ਤਾਂ ਠੀਕ ਆ। ਸਪੈਸ਼ਲੀ ਫਰੈਂਡ ਮੇਰੀਆਂ, ਦੋਸਤ ਜਿਹੜੀਆਂ ਉਹ ਮੈਨੂੰ ਬਹੁਤ ਸਪੋਰਟ ਕਰਦੀਆਂ। ਮੇਰੀ ਪੇਰੈਂਟਸ, ਮੇਰੇ ਮੰਮੀ ਡੈਡੀ ਬਹੁਤ ਸਪੋਰਟ ਕਰਦੇ, ਕਹਿੰਦੇ ਹਾਰਨਾ ਨਹੀਂ ਆ ਕਿਸੇ ਵੇਲੇ ਤਾਂ। ਮੈਂ ਹਾਰਦੀ ਨਹੀਂ, ਦੁਨੀਆ ਹਰਾਉਂਦੀ ਆ। ਕਈ ਜੈਲਸ ਫੀਲ ਕਰਦੇ ਆ, ਕਈ ਪਤਾ ਨਹੀਂ ਕੀ ਉਹਨਾਂ ਨੂੰ ਮਿਲਦਾ ਆ ਤੋੜ ਕੇ ਕਿ ਸਾਡੇ ਚੰਗੇ ਭਲੇ ਬੱਚੇ ਨਹੀਂ ਕਰ ਸਕਦੇ ਆ ਜੀ, ਤੁਰਦੇ ਫਿਰਦੇ ਆ ਸਾਡੇ ਨਿਆਣੇ ਇਸ ਪੋਸਟ ਤੱਕ ਪਹੁੰਚੇ ਨਹੀਂ, ਇਹ ਆਪਾਂ ਹੀ ਕਿੱਦਾਂ ਪਹੁੰਚ ਗਈ ਇੱਥੇ ਤੱਕ। ਫਿਰ ਉਹ ਹੋਰ ਹੀ ਸਕੀਮਾਂ ਲੜਾਉਂਦੇ ਆ ਕਿੱਦਾਂ ਤੋੜਨਾ, ਉਹ ਸਕੀਮਾਂ ਲੜਾਉਂਦੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਕਿ ਮੈਂ ਫੇਰ ਵੀ ਕਹਿੰਦੀ ਤੁਸੀਂ ਸਕੀਮਾਂ ਲੜਾਉਣ ਜੋਗੇ ਰਹੀਓ, ਮੈਂ ਬਾਬਾ ਜੀ ਦਾ ਨਾਂ ਲੈ ਕੇ ਆਪਣੀ ਮਿਹਨਤ ਕਰਨੀ ਆ। ਇਹ ਨਾ ਬਚਪਨ ਦੇ ਵਿੱਚ ਪੇਰੈਂਟਸ ਨੇ, ਕਿਉਂਕਿ ਹਰ ਇੱਕ ਮਾਂ-ਬਾਪ ਦਾ ਸੁਪਨਾ ਹੁੰਦਾ ਕਿ ਉਸਦੀ ਜਿਹੜੇ ਬੱਚੇ ਨੇ ਉਹ ਇੱਕ ਵਧੀਆ ਜ਼ਿੰਦਗੀ ਬਤੀਤ ਕਰਨ, ਉਹਨਾਂ ਦਾ ਬਚਪਨ ਵੀ ਵਧੀਆ ਹੋਵੇ, ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਵੀ ਵਧੀਆ ਹੋਵੇ। ਅਤੇ ਤੁਹਾਡੇ ਪੇਰੈਂਟਸ ਨੇ ਵੀ ਕੋਸ਼ਿਸ਼ ਤਾਂ ਕੀਤੀ ਹੋਏਗੀ ਕਿ ਹੀਨਾ ਕਿਸੇ ਤਰ੍ਹਾਂ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਠੀਕ ਹੋ ਜਾਵੇ, ਇੱਦਾਂ ਦੀਆਂ ਕੋਸ਼ਿਸ਼ਾਂ ਵੀ ਪੇਰੈਂਟਸ ਨੇ ਕੀਤੀਆਂ ਹੋਣਗੀਆਂ? ਹਾਂਜੀ, ਬਹੁਤ ਕੀਤੀਆਂ, ਹੁਣ ਵੀ ਕਰਦੇ ਆ, ਉਦੋਂ ਵੀ ਕੀਤੀਆਂ ਸੀ। ਦੇਖੋ ਪਹਿਲੀ ਗੱਲ ਇਹ ਆ ਕਿ ਉਹਨਾਂ ਨੇ ਮੈਨੂੰ ਠੁਕਰਾਇਆ ਨਹੀਂ, ਸਿੱਟਿਆ ਨਹੀਂ। 5 ਭੈਣ ਭਰਾ, 5 'ਚੋਂ ਮੈਨੂੰ ਵੀ ਜਿੱਦਾਂ ਉਹਨਾਂ ਨੂੰ ਪਾਲਿਆ ਮੈਨੂੰ ਵੀ ਪਾਲਿਆ, ਜਿੱਦਾਂ ਉਹਨਾਂ ਦੀ ਕੇਅਰ ਕੀਤੀ ਮੇਰੀ ਵੀ ਕੀਤੀ, ਮੇਰੀ ਥੋੜ੍ਹੀ ਜ਼ਿਆਦਾ ਕੀਤੀ ਕਿਉਂਕਿ ਮੇਰੀ ਇੱਦਾਂ ਦੀ ਕੰਡੀਸ਼ਨ ਸੀ ਕਿ ਮੈਨੂੰ ਜ਼ਿਆਦਾ ਦੀ ਲੋੜ ਸੀਗੀ ਉਸ ਟਾਈਮ। ਹੁਣ ਤਾਂ ਫਿਲਹਾਲ ਇੱਦਾਂ ਦੀ ਹੈ ਨਹੀਂ, ਇੱਦਾਂ ਦੀ ਮੈਂ ਆਪਣੀ ਜਦੋਂ ਸਮਝ ਆ ਜਾਵੇ, ਕਹਿੰਦੇ ਆਪਣੇ ਆਪ ਨੂੰ ਸੰਭਾਲਣਾ ਆ ਜਾਵੇ, ਡਿੱਗਣ ਜਿੱਦਾਂ ਮੈਂ ਡਿੱਗ ਜਾਂਦੀ ਸੀ ਉਸ ਟਾਈਮ, ਹੁਣ ਮੈਨੂੰ ਇੱਦਾਂ ਦਾ ਮੈਂ ਧਿਆਨ ਨਾਲ ਚੱਲਣਾ ਆ, ਹਰ ਹਰੇਕ ਕੰਮ ਧਿਆਨ ਨਾਲ ਕਰਨਾ ਆ। ਇਹ ਚੀਜ਼ ਆ ਵੀ ਪੇਰੈਂਟਸ ਤਾਂ ਸਪੋਰਟ ਕਰਦੇ, ਉਹਨਾਂ ਨੂੰ ਪਤਾ ਕਰ ਲੈਣਾ ਇਹਨੇ, ਇਹ ਚੀਜ਼ ਕਰ ਲੈਣੀ ਆ, ਨੋ ਡਾਊਟ। ਇਹ ਆ ਕਿ ਉਹਨਾਂ ਨੂੰ ਇੱਦਾਂ ਦਾ ਹੈ ਨਹੀਂ ਆ, ਕੋਈ ਇੱਦਾਂ ਦੀ ਸੋਚ ਨਹੀਂ ਉਹ ਰੱਖਦੇ ਕਿ ਗਈ ਆਊਗੀ ਨਹੀਂ ਵਾਪਸ, ਜਾਂ ਉਹਦੇ ਕੋਲ ਹੋਣਾ ਨਹੀਂ। ਉਹਨਾਂ ਨੂੰ ਪਤਾ ਕਰ ਲੈਣਾ, ਮੋਹਰੇ ਬੰਦਾ ਸਹੀ ਹੋਵੇ, ਜੇ ਮੋਹਰੇ ਸਿੱਟਣ ਵਾਲਾ ਨਾ ਫੇਰ ਥੋੜ੍ਹਾ ਜਿਹਾ ਉਹ ਕਰ ਜਾਂਦੇ ਕਿ ਮੋਹਰਲਾ ਬੰਦਾ ਤੇਜ਼ ਆ, ਵੀ ਐਵੇਂ ਇੱਦਾਂ ਹੀ ਕੁਛ ਕਰਕੇ ਮੇਰੀ ਕੁੜੀ ਨੂੰ ਬੇਬਸ ਨਾ ਕਰ ਦੇਣ, ਜਾਂ ਕੋਈ ਇੱਦਾਂ ਦੀ ਗੱਲ ਨਾ ਕਰ ਦੇਣ ਕਿ ਉਹ ਇੱਦਾਂ ਦਾ ਸੋਚ ਬੈਠੇ। ਇੱਦਾਂ ਜੇ ਮੋਹਰੇ ਚੰਗਾ ਹੈ ਫਿਰ ਉਹਨਾਂ ਨੂੰ ਪਤਾ ਕਿ ਸਾਡੀ ਕੁੜੀ ਨੇ ਕੌਨਫੀਡੈਂਟ ਦੇ ਨਾਲ ਕੰਮ ਕਰ ਲੈਣਾ। ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦਾ ਪੜਾਅ ਆਇਆ ਤੁਹਾਡੇ ਕਿ ਜਿਸ ਤੋਂ ਬਾਅਦ ਤੁਸੀਂ ਸੋਚਿਆ ਕਿ ਨਹੀਂ ਹੁਣ ਤਾਂ ਮੈਂ
ਕੁਝ ਕਰਕੇ ਹੀ ਦਿਖਾਉਣਾ ਦੁਨੀਆ ਨੂੰ। ਉਹ ਇਹ ਆ ਵੀ ਜਿੱਦਾਂ ਉਹਨੇ ਇੱਕ ਜਦੋਂ ਸਟੱਡੀ ਪੂਰੀ ਹੋ ਗਈ ਦੇਖਿਆ ਘਰ ਦੇ ਹਾਲਾਤ ਮਾੜੇ ਹੋ ਗਏ ਆ ਵੀ ਹੁਣ ਇਦਾਂ ਆ ਵੀ ਕਰਕੇ ਹੀ ਦਿਖਾਣਾ ਜਾਂ ਕਰਨਾ ਆ, ਬਸ ਕਰਨਾ ਹੀ ਆ, ਮਰਨ ਦਾ ਤਾਂ ਸੋਚਣਾ ਹੀ ਨਹੀਂ। ਉਹੀ ਜਿਹੜੀ ਜਿੰਦ ਜਾਨ ਮਰਨ ਨੂੰ ਲਾਣੀ ਉਹੀ ਕੰਮ ਕਰਨ ਨੂੰ ਮੈਂ ਲਾਤੀ। ਇਹ ਨਹੀਂ ਕਿ ਮੈਂ ਕਾਰਪੋਰੇਸ਼ਨ ਨੂੰ ਹੀ ਇਹੀ ਸੀਗਾ ਕਿ ਮੈਨੂੰ ਜੌਬ ਹੀ ਮਿਲੇ। ਮੈਂ ਪਾਰਲਰ ਦਾ ਕੰਮ ਵੀ ਕਰਦੀ ਸੀ, ਕੈਂਪ ਲਾਉਂਦੀ ਸੀਗੀ, ਮਹਿੰਦੀ ਲਗਾਣੀ, ਡਿਜ਼ਾਈਨ ਬਣਾਉਣੇ ਹੱਥਾਂ ਤੇ ਮੇਰੀ ਕਮਾਈ ਹੋ ਜਾਂਦੀ ਸੀ। ਮੈਂ ਜਦੋਂ ਕੈਂਪ ਲਈ ਕੋਈ ਜਗ੍ਹਾ ਜਾਂਦੀ ਸੀ, ਮੰਗਦੀ ਸੀ ਮੈਨੂੰ ਇਹ ਚਾਹੀਦੀ ਦੇ ਦਿੰਦੇ ਹੁੰਦੇ ਸੀਗੇ। ਫਿਰ ਮੈਂ ਉੱਥੇ ਮਹਿੰਦੀ ਲਾਣੀ, ਰਾਤ ਨੂੰ 1 ਵਜੇ 2 ਵਜੇ ਆਣਾ, ਕਾਫੀ ਪੈਸੇ ਉਸ ਟਾਈਮ ਕਮਾ ਲੈਂਦੀ। ਕਿਸੇ ਟਾਈਮ ਤਾਂ ਮੇਰਾ 7-8 ਹਜ਼ਾਰ ਇੱਕ ਦਿਨ ਦਾ ਹੀ ਹੁੰਦਾ ਸੀ। ਅੱਛਾ, ਇੱਕ ਦਿਨ ਦਾ ਹੀ ਮੇਰਾ ਇਹ ਹੁੰਦਾ ਸੀ। ਬਾਕੀ ਮੇਰੇ ਘਰ ਆ ਜਾਂਦੇ ਆ, ਜਿੱਦਾਂ ਕਈਆਂ ਨੂੰ ਪਸੰਦ ਆ ਤਾਂ ਉਹਨਾਂ ਨੇ ਘਰੇ ਆ ਕੇ ਮਤਲਬ ਕੰਮ ਕਰਵਾ ਲੈਣਾ। ਅੱਛਾ, ਇਹ ਸੀਗੀ ਚਾਹ ਤਾਂ ਸੀਗੀ ਮੈਂ ਬ੍ਰਾਈਡਲ ਤਿਆਰ ਕਰਾਂ, ਮੈਂ ਪਾਰਲਰ ਦਾ ਕੰਮ। ਲੇਕਿਨ ਮੈਨੂੰ ਜਦੋਂ ਇਹ ਮਿਲ ਗਈ ਸੀ ਕਾਰਪੋਰੇਸ਼ਨ 'ਚੋਂ, ਫਿਰ ਮੈਂ ਮਤਲਬ ਸਿੱਖਿਆ ਨਹੀਂ, ਕੋਰਸ ਨਹੀਂ ਕੀਤਾ। ਕੋਰਸ ਨਹੀਂ ਕੀਤਾ ਪਰ ਵੈਸੇ ਤੁਸੀਂ ਕਰ ਲੈਂਦੇ ਹੋ ਹਾਂ, ਸਾਰਾ ਕਰ ਲੈਂਦੀ ਮੈਂ ਸਾਰਾ। ਜੀ। ਕੋਰਸ ਨਹੀਂ ਕੀਤਾ ਆ, ਕੰਮ ਮੈਂ ਪਾਰਲਰ ਦਾ ਕਰ ਲੈਂਦੀ ਸਾਰਾ। ਤੇ ਜਦੋਂ ਤੁਸੀਂ ਆਪਣੀ ਪੜ੍ਹਾਈ ਕਰਦੇ ਪਏ ਸੀਗੇ ਤਾਂ ਉਸ ਦੌਰਾਨ ਕਿੰਨੀਆਂ ਕੁ ਮੁਸ਼ਕਲਾਂ ਤੁਹਾਨੂੰ ਆਈਆਂ ਨੇ? ਮਤਲਬ ਕਿ ਕਿਉਂਕਿ ਕਈ ਵਾਰ ਬੰਦੇ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਵੀ ਆ ਜਾਂਦੀਆਂ ਨੇ, ਹੈ ਨਾ। ਕਈ ਵਾਰ ਜਦੋਂ ਆਪਾਂ ਸਕੂਲ ਜਾਂਦੇ ਆ ਉੱਥੇ ਵੀ ਕਿਉਂਕਿ ਮੈਂ ਕਈ ਅਜਿਹੇ ਬੱਚਿਆਂ ਨੂੰ ਜਾਣਦੀ ਹਾਂ ਜੋ ਆਟਿਸਟਿਕ ਹੁੰਦੇ ਨੇ ਮੈਂਟਲੀ ਤੌਰ 'ਤੇ, ਤਾਂ ਉਹਨਾਂ ਨੂੰ ਸਕੂਲ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਦੇ ਫਰੈਂਡਸ ਨਹੀਂ ਬਣਦੇ ਹੈਗੇ ਜਾਂ ਫਿਰ ਟੀਚਰਸ ਉਹਨਾਂ ਦੇ ਉੱਪਰ ਕੁਝ ਖਾਸ ਧਿਆਨ ਨਹੀਂ ਦਿੰਦੇ ਹੈਗੇ ਜੋ ਕਿ ਦੇਣ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਵੀ ਇੱਦਾਂ ਦੀਆਂ ਔਕੜਾਂ ਆਈਆਂ ਨੇ? ਨਹੀਂ, ਮੈਨੂੰ ਇੱਦਾਂ ਦੀ ਕੋਈ ਔਕੜ ਨਹੀਂ ਆਈ। ਮੇਰੇ ਨਾਲ ਫਰੈਂਡਸ ਬਹੁਤ ਵਧੀਆ ਰਹਿੰਦੇ ਸੀਗੇ। ਉਹਨਾਂ ਨੇ ਪਹਿਲੀ ਗੱਲ ਤਾਂ ਮੈਨੂੰ ਦੇਖਦੇ ਸੀ ਕਿੱਦਾਂ ਆ ਰਹੀ ਆ, ਬੈਂਚ 'ਤੇ ਬੈਠ ਗਈ ਆ, ਆਪਣੀ ਬੁੱਕਸ ਖੋਲੀ ਆ, ਪੜ੍ਹਨ ਲੱਗ ਗਈ ਆ। ਇਹ ਨਹੀਂ ਕਿ ਇੱਦਾਂ ਜਿੱਦਾਂ ਹੁਣ ਹੈਂਡੀਕੈਪਟ ਮੈਂ ਤੁਹਾਨੂੰ ਦੱਸਦੀ ਹਾਂ, ਜ਼ਿਆਦਾਤਰ ਬੱਚਿਆਂ ਨੂੰ ਆਦਤ ਹੁੰਦੀ ਆ ਵੀ ਅਸੀਂ ਇਕੱਲੇ ਹੀ ਰਹੀਏ। ਸਾਨੂੰ ਇੱਦਾਂ ਹੁੰਦੀ ਆਦਤ ਕਿ ਅਸੀਂ ਕਿਸੇ ਨਾਲ ਗੱਲ ਨਾ ਕਰੀਏ, ਸਾਨੂੰ ਕੋਈ ਕੁਝ ਕਹਿ ਦੇਗਾ, ਅਸੀਂ ਗੁੱਸੇ 'ਚ ਹੋ ਜਾਵਾਂਗੇ ਤਾਂ ਅਸੀਂ ਕੁਝ ਕਹਿ ਦਾਂਗੇ, ਸਾਨੂੰ ਹੀ ਨਹੀਂ ਬਾਅਦ 'ਚ ਚੰਗਾ ਲੱਗਣਾ। ਇਹ ਸਾਡੇ ਬੱਚਿਆਂ ਵਿੱਚ ਮੈਨੂੰ ਪਤਾ ਹੈਗੀ ਆਦਤ, ਕਿਉਂਕਿ ਮੈਂ ਉਹਨਾਂ 'ਚ ਰਹੀ ਹਾਂ, ਬੈਠੀ ਹਾਂ। ਤਾਂ ਜਦੋਂ ਗੱਲ ਕਰਦੇ ਸੀਗੇ ਮੇਰੇ ਵਰਗੇ ਬੱਚੇ ਜਲਦੀ ਫਰੈਂਡ ਨਹੀਂ ਬਣਾਉਂਦੇ। ਉਹਨਾਂ ਨੂੰ ਪਤਾ ਹੁੰਦਾ ਕਿਤੇ ਨਾ ਕਿਤੇ ਅਸੀਂ ਟੁੱਟ ਜਾਣਾ, ਇਹਦੇ ਨਾਲੋਂ ਅਸੀਂ ਬਣਾਈਏ ਹੀ ਨਾ। ਤਾਂ ਮੇਰੀ ਨਹੀਂ ਸੀ ਆਦਤ ਹੁੰਦੀ, ਮੈਂ ਬਣਾ ਲੈਂਦੀ ਸੀ ਦੋਸਤ। ਅਗਰ ਕੋਈ ਦੋਸਤੀ ਕਰਨਾ ਚਾਹੁੰਦਾ ਸੀ ਤਾਂ ਮੈਂ ਸਪੈਸ਼ਲੀ ਹੱਥ ਅੱਗੇ ਕਰਦੀ ਹੁੰਦੀ ਸੀ ਕਿ ਹਾਂ। ਅਤੇ ਬਾਕੀ ਜਦੋਂ ਮੈਨੂੰ ਔਖਾਪਨ ਕੋਈ ਦੇਖਣਾ, ਜਿੱਦਾਂ ਮੀਂਹ ਪੈ ਗਿਆ, ਬਾਰਿਸ਼ ਹੋ ਗਈ, ਬਹੁਤ ਜ਼ਿਆਦਾ ਚਿੱਕੜ ਹੋ ਗਿਆ, ਬਈ ਹੁਣ ਮੈਂ ਕਿੱਦਾਂ ਘਰ ਜਾਣਾ, ਦੇਖਣਾ ਸਾਰੇ ਜਾਂਦੇ ਆ, ਮੇਰਾ ਔਖਾ। ਮੈਂ ਘਰਦਿਆਂ ਨੂੰ ਫੋਨ ਕਰਨਾ ਫਿਰ ਕਿ ਮੈਨੂੰ ਲੈਣ ਆ ਜਾਓ। ਅਤੇ ਇਹਨਾਂ ਕੋਲ ਜੇ ਟਾਈਮ ਹੈਗਾ ਤਾਂ ਲੈ ਆਉਂਦੇ ਸੀਗੇ ਮੈਨੂੰ, ਜੇ ਨਹੀਂ ਹੁੰਦਾ ਸੀ ਤਾਂ ਇਹਨਾਂ ਨੇ ਕਹਿਣਾ ਰੁਕ ਜਾ, ਵੇਟ ਕਰ ਲਾ, ਅਸੀਂ ਆਉਂਦੇ ਹਾਂ। ਮੈਂ ਫਿਰ ਬੈਠੀ ਰਹਿੰਦੀ, ਸਕੂਲ ਬੰਦ ਹੋਣ ਦਾ ਟਾਈਮ ਹੁੰਦਾ ਸੀਗਾ, ਬੈਠੀ ਰਹਿੰਦੀ ਸੀਗੀ ਕਦੋਂ ਮੇਰੇ ਮਾਂ ਪਿਓ ਕੰਮ ਤੋਂ ਆਉਣਗੇ ਜਾਂ ਕਿਸੇ ਨੂੰ ਮੇਰੇ ਭਰਾ ਨੂੰ ਭੇਜਣਗੇ। ਫਿਰ ਆ ਜਾਂਦਾ ਸੀ ਫਿਰ ਮੇਰਾ ਭਰਾ ਕਿੱਦਾਂ ਲੈਣ ਮੈਨੂੰ। ਅਤੇ ਜੇ ਘਰ ਨਹੀਂ ਆਉਂਦਾ ਸੀ ਫਿਰ ਮੇਰੀ ਛੋਟੀ ਭੈਣ ਬੜਾ ਔਖਾ ਮੈਨੂੰ ਲੈ ਕੇ ਆਉਂਦੀ ਹੁੰਦੀ ਸੀ। ਅੱਛਾ, ਉਹ ਲੈ ਆਉਂਦੀ ਸੀ, ਵੀਲ ਚੇਅਰ ਹੁੰਦੀ ਸੀ ਉਸ ਟਾਈਮ, ਲੈ ਆਉਂਦੀ ਸੀ। ਮੀਂਹ ਬਾਰਿਸ਼ ਜਦੋਂ ਪੈ ਨਹੀਂ ਉਦੋਂ ਔਖੇ ਹਨ, ਲੇਕਿਨ ਟੀਚਰ ਬਹੁਤ ਅੱਛੇ ਹੁੰਦੇ ਸੀ। ਟੀਚਰ ਮੇਰੇ ਮਤਲਬ ਮੈਨੂੰ ਜ਼ਿਆਦਾ ਪੜ੍ਹਾਉਂਦੇ ਹੁੰਦੇ ਸੀਗੇ। ਜੇ ਮੈਂ ਜਿਹੜੇ ਸਬਜੈਕਟ 'ਚ ਕਮਜ਼ੋਰ ਆ ਉਹ ਸਬਜੈਕਟ ਦੀ ਕਹਿਣਾ ਡਰਨਾ ਨਹੀਂ, ਅਸੀਂ ਪੜ੍ਹਾਉਣਾ ਤੈਨੂੰ, ਅਸੀਂ ਤਿਆਰੀ ਕਰਾਉਣੀ। ਬਾਕੀ ਫਰੈਂਡ ਮੇਰੇ ਬਹੁਤ ਸੀਗੇ। ਤੇ ਅੱਗੋਂ ਹੁਣ ਸਟੱਡੀ ਬਾਰੇ ਸੋਚਿਆ ਤੁਸੀਂ ਕਿ ਅੱਗੋਂ ਕੁਝ ਕਰਨਾ ਚਾਹੁੰਦੇ ਹੋ? ਹਾਂਜੀ, BA ਕਰਦੀ ਪਈ ਹਾਂ ਮੈਂ। ਅੱਛਾ, ਹਾਂਜੀ। BA ਕਰਦੇ ਪਏ? ਹਾਂਜੀ, SD ਕਾਲਜ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਲਾਈਫ ਦੇ ਵਿੱਚ ਕੀ ਸੋਚਿਆ ਕਿ ਅੱਗੇ ਕੀ ਕਰੋਗੇ? ਕੰਪਿਊਟਰ ਵੀ ਕਰਦੀ ਪਈ ਹਾਂ ਮੈਂ। ਅੱਛਾ, ਜਿਵੇਂ ਜਿਵੇਂ ਮੈਂ ਦੱਸਦੀ ਹਟੀ ਕਿ ਮੈਂ ਬਿਮਾਰ ਹੋ ਗਈ ਸੀ ਥੋੜ੍ਹਾ, ਤਾਂ ਰੁਕ ਗਿਆ। ਅਤੇ ਟਾਈਪਿੰਗ, ਪੰਜਾਬੀ 'ਚੋਂ ਟਾਈਪਿੰਗ ਕਰ ਲਈ ਹੋਈ, ਬੇਸਿਕ ਕਰ ਲਿਆ ਹੋਇਆ, ਐਕਸਲ ਕਰਦੀ ਪਈ ਸੀਗੀ ਕਿ ਮੈਨੂੰ ਅਟੈਕ ਆ ਗਿਆ। ਜੀ। ਤਾਂ ਉਹਦੀ ਵਜ੍ਹਾ ਨਾਲ ਫਿਰ ਬਹੁਤ ਦਿੱਕਤ ਆਈ ਹੈ ਕਿ ਬਹੁਤ ਜ਼ਿਆਦਾ। ਇਹ ਆ ਵੀ ਮੈਂ ਇੱਕ ਪਿਆਰ ਦੇਖ ਲਿਆ ਮੈਨੂੰ ਕਿੰਨਾ ਕਰਦੇ ਆ, ਉਹ ਥੋੜ੍ਹਾ ਜਿਹਾ ਡਾਊਟ ਹੁੰਦਾ ਆ। ਅਤੇ ਜਦੋਂ ਮੈਨੂੰ ਅਟੈਕ ਆਇਆ ਉਦੋਂ ਦੇਖ ਲਿਆ ਮੇਰੇ ਭੈਣ ਭਰਾਵਾਂ 'ਚ ਬਹੁਤ ਜ਼ਿਆਦਾ ਮੇਰਾ ਪਿਆਰ। ਹਾਂ, ਉਹ ਦੇਖ ਲਿਆ ਬਚਾਇਆ ਉਹਨਾਂ ਨੇ। ਪਹਿਲਾਂ ਡਾਊਟ ਸੀ, ਥੋੜਾ ਜਿਹਾ ਡਾਊਟ ਸੀ ਕਿ ਜਿੱਦਾਂ ਲੋਕੀ ਪਾ ਦਿੰਦੇ ਆ ਕਿ ਬਾਅਦ ਚ ਕੌਣ ਪੁੱਛਦਾ, ਭੈਣ ਭਰਾ ਇਹ ਉਹ ਹੁਣੀ ਲਾਈਫ ਚ ਕਰ ਲਓ। ਮੈਂ ਕਹਿੰਦੀ ਨਹੀਂ ਸੀ, ਮੈਂ ਇਹਨਾਂ ਦੇ ਨਾਲ ਦੀ ਜੰਮੀ ਆ, ਇਦਾਂ ਮੇਰੇ ਭੈਣ ਭਰਾ ਨਹੀਂ ਫਰਕ ਕਰੂਗੇ, ਇਹ ਉਹ ਪਾ ਦਿੰਦੀ ਜਨਤਾ, ਮਤਲਬ ਲੋਕੀ ਪਾ ਦਿੰਦੇ ਸੀ ਫਰਕ। ਅੱਜ ਕੱਲ੍ਹ ਦੀ ਦੁਨੀਆ ਬਹੁਤ ਤੇਜ਼ ਆ। ਅਤੇ ਉਹ ਮੈਂ ਦੇਖ ਲਿਆ ਵੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਭੈਣ ਭਰਾ ਮੇਰੇ ਨਾਲ ਬਹੁਤ ਪਿਆਰ ਕਰਦੇ। ਦੇਖੋ ਮੌਤ ਦੇ ਮੂੰਹ 'ਚ ਕੱਢ ਕੇ ਲੈ ਆਏ, 1 ਮਿੰਟ 'ਚ ਹੌਸਪੀਟਲ ਲੈ ਗਏ, ਮਿੰਟੋਂ ਪਹਿਲਾਂ ਟਰੀਟਮੈਂਟ ਕਰਾਈ। ਮਾਂ ਬਾਪ ਤਾਂ ਚਲੋ ਹੁੰਦੇ ਹੀ ਆ, ਉਹ ਤਾਂ ਜਿੰਦ ਜਾਨ ਲਾਉਂਦੇ ਹੀ ਆ ਧੀਆਂ ਪੁੱਤਾਂ 'ਤੇ ਕਿ ਨਾ ਮੇਰੇ ਬੱਚਿਆਂ ਨੂੰ ਕੁਛ ਨਾ ਹੋਵੇ। ਇੱਕ ਉਹਨਾਂ ਨੇ ਵੀ ਬਥੇਰਾ ਸਪੋਰਟ ਕੀਤਾ ਮੈਨੂੰ। ਤੇ ਹੀ ਨਾ ਲਾਈਫ ਦੇ ਵਿੱਚ ਇੰਨੀਆਂ ਮੁਸ਼ਕਲਾਂ ਸਹਿਣ ਤੋਂ ਬਾਅਦ ਆਖਿਰਕਾਰ ਤੁਸੀਂ ਇੱਥੇ ਇਸ ਮੁਕਾਮ ਤੇ ਪਹੁੰਚੇ ਹੋ। ਤੇ ਹੁਣ ਤੁਹਾਨੂੰ ਲੋਕਾਂ ਦਾ ਪਿਆਰ ਵੀ ਮਿਲਦਾ ਪਿਆ। ਪੇਰੈਂਟਸ ਔਰ ਤੁਹਾਡੇ ਜਿਹੜੇ ਸਿਬਲਿੰਗਸ ਨੇ ਉਹ ਤਾਂ ਚਲੋ ਸ਼ੁਰੂ ਤੋਂ ਹੀ ਤੁਹਾਡੇ ਨਾਲ ਸੀਗੇ। ਤੇ ਹੁਣ ਜਦੋਂ ਤੁਹਾਨੂੰ
ਲੋਕਾਂ ਦੀ ਵੀ ਸਪੋਰਟ ਮਿਲਦੀ ਹੈ ਤਾਂ ਕੀ ਉਹ ਜਿੰਨੇ ਵੀ ਲੋਕ ਨੇ ਜੋ ਤੁਹਾਨੂੰ ਮਿਲਦੇ ਨੇ ਉਹ ਸਾਰੇ ਇੱਕ ਹੀ ਤਰ੍ਹਾਂ ਦੇ ਹੁੰਦੇ ਨੇ ਜਾਂ ਉਹਨਾਂ ਦੇ ਨਾਲ ਤੁਹਾਡੇ ਐਕਸਪੀਰੀਅੰਸ ਜਿਹੜੇ ਨੇ ਉਹ ਵੱਖ-ਵੱਖ ਰਹੇ? ਨਹੀਂ, ਵੱਖ-ਵੱਖ ਹੁੰਦੇ ਆ, ਇੱਕੋ ਜਿਹੇ ਨਹੀਂ ਹੁੰਦੇ। ਕੋਈ ਮਤਲਬ ਗੁੱਸੇ ਵਾਲਾ ਹੁੰਦਾ ਹੈ ਲੇਕਿਨ ਦਿਲ ਸਾਫ਼ ਹੁੰਦਾ ਹੈ। ਕਈ ਬਹੁਤ ਮੂੰਹ ਦੇ ਮਿੱਠੇ ਹੁੰਦੇ ਆ ਤੇ ਦਿਲ ਦੇ ਬੜੇ ਪਾਪੀ ਹੁੰਦੇ ਆ। मुंह ਤੇ ਦਿਖਾਉਂਦੇ ਨਾ ਹੈਲੋ ਬੇਟਾ ये वो आपकी हेल्प करेंगे हम आप ये कर लेना हाँ ਤਾਂ ਬਾਅਦ 'ਚੋਂ ਸਡਨਲੀ ਪਰੇ ਜਾ ਕੇ ਉਹਨਾਂ ਨੇ ਕੀ ਕਰਨਾ, ਚੇਂਜ ਕਰ ਦੇਣਾ ਮਾਈਂਡ, ਅਗਲੇ ਨੂੰ ਵੀ ਭੜਕਾ ਦੇਣਾ ਇਹ ਜੀ ਫਰਾਡ ਆ ਇਹ ਉਹ। ਤੁਹਾਨੂੰ ਮੈਂ ਹੈਂਡੀਕੈਪਟ ਕੁੜੀ ਫਰਾਡ ਲੱਗਦੀ? ਦੇਖੋ ਇਹ ਇੱਦਾਂ ਦੇ ਇਨਸਾਨ ਵੀ ਹੈ, ਸਾਹਮਣੇ ਨਹੀਂ ਦਿਖ ਰਿਹਾ ਕੀ ਚੀਜ਼ ਹੋਈ ਪਈ ਆ ਕੀ ਨਹੀਂ ਹੋਈ ਪਈ ਆ, ਕੀ ਗੁਜ਼ਾਰਾ ਹੁੰਦਾ ਹੋਣਾ, ਕੀ ਜ਼ਿੰਦਗੀ 'ਚ ਉਹਨੇ ਕਰਨਾ ਹੈ ਕੀ ਨਹੀਂ ਹੋਣਾ। ਤੁਸੀਂ ਤਾਂ ਨੋਰਮਲ ਆ, ਚਲੋ ਤੁਹਾਨੂੰ ਦਿੱਤਾ ਪਰਮਾਤਮਾ ਨੇ ਦੇ, ਚਲੋ ਮੈਂ ਤਾਂ ਕਹਿੰਦੀ ਹਰੇਕ ਨੂੰ ਦਿਓ, ਮੇਰੇ ਵਰਗੇ ਬੱਚੇ ਕਰਨੀ ਨਾ ਕਿਸੇ ਨੂੰ ਵੀ ਇੱਦਾਂ ਦੀ ਦਿੱਕਤ ਆਵੇ ਹੀ ਨਾ। ਅਗਰ ਜੇ ਕਿਸੇ ਨੂੰ ਆ ਗਈ ਨਾ ਉਹਨੂੰ ਮੈਂ ਇਹ ਕਹਿੰਦੀ ਜਿੱਦਾਂ ਮੇਰੇ ਵਰਗੇ ਹੋਰ ਆ, ਜਿੱਦਾਂ ਮੈਨੂੰ ਫੋਨ ਕਰਦੇ ਆ ਅਤੇ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ, ਉਹਨਾਂ ਨੂੰ ਇਹ ਟੁੱਟਣ ਨਹੀਂ ਦਿੰਦੀ ਕਿ ਤੁਸੀਂ ਇਹ ਕਰੋ ਇਹ ਕਰੋ। ਮੈਂ ਤਾਂ ਸਰਕਾਰ ਨੂੰ ਵੀ ਕਹਿੰਦੀ ਹਾਂ ਕਿ ਬੱਚਿਆਂ ਲਈ ਜੋਬਸ ਕੱਢ ਦਿਓ, ਉਹਨਾਂ ਲਈ ਨੌਕਰੀਆਂ ਕੱਢ ਦਿਓ। ਅਗਰ ਜੇ ਨੌਕਰੀਆਂ ਨਹੀਂ ਕੱਢ ਸਕਦੇ ਉਹਨਾਂ ਲਈ ਪੈਨਸ਼ਨ ਇੰਨੀ ਖਿਲਾ ਦਿਓ ਕਿ ਉਹ ਘਰ ਬੈਠੇ ਆਪਣਾ ਰੋਟੀ ਪਾਣੀ ਖਾ ਸਕਦੇ, ਡਿਪੈਂਡ ਨਹੀਂ, ਲਾਚਾਰ ਨਹੀਂ ਹੋ ਸਕਦੇ। ਉਹਨਾਂ ਨੂੰ ਕਹਿ ਦੇਣ ਚਲੋ ਅਸੀਂ ਨਹੀਂ ਕਰਨਾ, ਕਿਤੇ ਛੱਡਿਆਓ ਪਿੰਗਲਵਾੜੇ ਆਸ਼ਰਮ ਛੱਡਿਆਓ, ਕਿਤੇ ਆਪ ਹੀ ਪਾਲਦੇ ਰਹਿਣਗੇ। ਇੱਦਾਂ ਦਾ ਮੌਕਾ ਨਾ ਦਿਓ। ਮੈਂ ਤਾਂ ਇਹ ਕਹਿੰਦੀ ਸਰਕਾਰ ਨੂੰ ਕਿ ਸਰਕਾਰ ਇੰਨਾ ਕੁ ਕਰ ਦੇਵੇ ਮੇਰੇ ਵਰਗੇ ਬੱਚਿਆਂ ਲਈ ਨੌਕਰੀਆਂ ਪੱਕੀਆਂ ਕਰ ਦੇਣ ਕਿ ਉਹਨਾਂ ਦੀ ਜਿਹੜੀ ਰੋਜੀ ਰੋਟੀ ਚੱਲਦੀ ਰਹੇ। ਹੁਣ ਮੇਰੇ ਵਰਗੇ ਬੱਚੇ ਦੇਖੋ ਕਈ ਡਿਪਲੋਮਾ ਕਰਕੇ ਬੈਠੇ, ਸਟੱਡੀ ਕਰਕੇ ਬੈਠੇ, ਸਿੰਗਿੰਗ ਆਉਂਦੀ ਉਹਨਾਂ ਨੂੰ, ਚਾਂਸ ਨਹੀਂ ਮਿਲਦਾ ਉਹਨਾਂ ਨੂੰ। ਤੇ ਕਦੀ ਤੁਸੀਂ ਕਿਸੇ ਸਰਕਾਰੀ ਬੰਦੇ ਨੂੰ, ਕਿਸੇ ਨੇਤਾ ਨੂੰ ਕਦੀ ਵੀ ਮਦਦ ਦੀ ਗੁਹਾਰ ਲਗਾਈ ਹੈ? ਕਦੀ ਕਿਹਾ ਕਿਸੇ ਨੂੰ? ਨਹੀਂ, ਮੈਂ ਕਹਿੰਦੀ ਉਸ ਦਿਨ ਮੈਂ 15 ਅਗਸਤ 'ਤੇ ਮੈਂ ਆਪਣੇ ਦੇਸ਼ ਨੂੰ ਵਾਕਈ ਕਹਿੰਦੇ ਜਿਸ ਚੀਜ਼ ਤੋਂ ਰੋਟੀ ਸ਼ੁਰੂ ਹੋਵੇ ਉਹਨੂੰ ਨਹੀਂ ਭੁੱਲਣਾ ਚਾਹੀਦਾ। ਮੈਂ ਉਹ ਚੀਜ਼ ਨਹੀਂ ਭੁੱਲਦੀ ਹਾਂ। ਮੈਂ ਪਰਫੋਰਮੈਂਸ ਮੈਂ ਪਰਤਾਵਾ ਫੇਰ ਕਰਨੀ ਆ ਜਦੋਂ ਹੁਣ 15 ਅਗਸਤ ਆ ਰਿਹਾ, ਮੈਂ ਉਦੋਂ ਵੀ ਪਰਫੋਰਮੈਂਸ ਕਰਨੀ, ਮੱਥਾ ਟੇਕਣਾ ਆਪਣੇ ਦੇਸ਼ ਦੇ ਝੰਡੇ ਨੂੰ ਜਾ ਕੇ ਸਪੈਸ਼ਲੀ। ਰੱਬ ਅੱਗੇ ਤਾਂ ਲੋਕੀ ਟੇਕਦੇ ਆ, ਮੈਂ ਆਪਣੇ ਦੇਸ਼ ਦੇ ਝੰਡੇ ਨੂੰ ਟੇਕਣਾ ਮੱਥਾ, ਕਿਉਂਕਿ ਉੱਤੋਂ ਹੀ ਰੋਟੀ ਸਟਾਰਟ ਹੋਈ। ਨਹੀਂ ਤਾਂ ਮੈਂ ਆਪਣਾ ਅਪਲਾਈ ਤਾਂ ਕਿੰਨੀ ਵਾਰੀ ਕੀਤਾ, ਸੁਣਨੀ ਹੁੰਦੀ ਮੇਰੀ, ਮੈਂ ਨਿਰਾਸ਼ ਹੋ ਕੇ ਆ ਜਾਂਦੀ ਸੀਗੀ। ਘਰ ਆ ਕੇ ਨਹੀਂ ਦੱਸਣਾ ਕਿ ਮੈਂ ਰੋ ਕੇ ਆਈ ਹਾਂ ਇਹ ਉਹ ਫਲਾਨਾ, ਨਹੀਂ ਕਹਿਣਾ ਕੋਈ ਗੱਲ ਨਹੀਂ ਮੰਮੀ ਨੈਕਸਟ ਟਾਈਮ, ਹਾਲੇ ਪਈ ਆ ਜ਼ਿੰਦਗੀ, ਮੈਂ ਨੈਕਸਟ ਟਾਈਮ ਟਰਾਈ ਕਰੂੰਗੀ। ਮੰਮੀ ਖੁਸ਼ ਹੋ ਜਾਂਦੇ ਸੀ ਕਿ ਚਲੋ ਕੋਈ ਨਹੀਂ ਅਗਲੀ ਵਾਰੀ ਸਹੀ। ਤੁਸੀਂ ਅਨਾਥ ਆਸ਼ਰਮਾਂ ਦੀ ਗੱਲ ਕੀਤੀ, ਆਰਗੇਨਾਈਜੇਸ਼ਨਸ ਦੀ ਗੱਲ ਕੀਤੀ ਹੈ ਕਿ ਉੱਥੇ ਵੀ ਕਈ ਬੱਚੇ ਰਹਿਣ ਨੂੰ ਮਜਬੂਰ ਹੈਗੇ ਨੇ, ਹੈ ਨਾ, ਜਿਹੜੇ ਹੈਂਡੀਕੈਪ ਹੈਗੇ ਨੇ। ਕੀ ਲੱਗਦਾ ਤੁਹਾਨੂੰ ਜਿਹੜੇ ਉਹ ਆਸ਼ਰਮ ਨੇ ਉਹਨਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਲੈ ਕੇ ਕਿੰਨੇ ਕੁ ਜ਼ਿਆਦਾ ਤਿਆਰੀ ਹੁੰਦੀ ਹੈ, ਜਾਂ ਫਿਰ ਉੱਥੇ ਮਾਹੌਲ ਉਹਨਾਂ ਬੱਚਿਆਂ ਨੂੰ ਲੈ ਕੇ ਕਿੱਦਾਂ ਦਾ ਹੁੰਦਾ ਹੈ, ਜਾਂ ਫਿਰ ਕੀ ਉਹ ਆਸ਼ਰਮ ਉਹਨਾਂ ਸਾਰੇ ਬੱਚਿਆਂ ਦੀਆਂ ਜਿਹੜੀਆਂ ਨੀਡਸ ਹੁੰਦੀਆਂ ਨੇ, ਜ਼ਰੂਰਤਾਂ ਹੁੰਦੀਆਂ ਨੇ, ਉਹ ਪੂਰੀਆਂ ਕਰ ਪਾਉਂਦੇ ਨੇ? ਇਹ ਦੇਖੋ ਇਹ ਬਹੁਤ ਡਿਫਿਕਲਟ ਕੁਐਸਚਨ ਆ। ਮੈਂ ਨਾ ਇੱਕ ਵਾਰੀ ਨਾ ਸਾਈਕਲ ਮਿਲ ਰਹੀਆਂ, ਵੀਲ ਚੇਅਰ ਮਿਲਦੀਆਂ ਪਈਆਂ ਸੀ ਬੱਚਿਆਂ ਨੂੰ। ਇਹ ਨਹੀਂ ਮੈਨੂੰ ਪਤਾ ਵੀ ਕਿਹੜੇ ਉਹ ਕਾਉਂਸਲਰ ਸੀਗੇ ਕਿ ਉਹ ਛੋਟੀ ਸੀ ਉਦੋਂ, ਮੈਂ ਇਹ 12 13 14 ਸਾਲ ਦੀ ਹੋਣੀ, ਜ਼ਿਆਦਾ ਨਹੀਂ। ਅਤੇ ਉਹ ਉਹਨਾਂ ਨੇ ਕੈਂਪ ਲਾਇਆ ਸੀ, ਬੱਚਿਆਂ ਨੂੰ ਵੰਡਦੇ ਸੀ। ਉੱਥੇ ਅਨਾਥ ਆਸ਼ਰਮ ਤੋਂ ਇੱਕ ਕੁੜੀ ਆਈ ਸੀਗੀ, ਉਹਨੂੰ ਵੀ ਵੀਲ ਚੇਅਰ ਮਿਲੀ ਸੀ। ਮੈਨੂੰ ਨਾਮ ਨਹੀਂ ਯਾਦ ਉਹਦਾ, ਤਾਂ ਨਾ ਹੀ ਮੈਨੂੰ ਉਹ ਆਸ਼ਰਮ ਪਤਾ ਆ। ਤਾਂ ਉਹ ਨਾ ਮੈਨੂੰ ਮੇਰੀ ਮੰਮੀ ਨਾ ਲਾਡ ਕਰਦੀ ਪਈ ਸੀਗੀ, ਤਾਂ ਉਹ ਮੈਨੂੰ ਦੇਖੀ ਗਈ ਦੇਖਦੀ ਕਹਿੰਦੀ ਤੁਸੀਂ ਬੜੇ ਲੱਕੀ ਆ, ਤੁਹਾਡੇ ਕੋਲੋਂ ਮੰਮੀ ਆ। ਮੈਂ ਕਿਹਾ ਮੈਂ ਇੱਦਾਂ ਹੀ ਕਹਿ ਤਾ। ਫਿਰ ਉਹ ਦੇਖੀ ਗਈ, ਮੈਂ ਕਹਿੰਦੀ ਤੁਹਾਨੂੰ ਵੀਲ ਚੇਅਰ ਮਿਲ ਗਈ, ਵਾਓ ਤੁਸੀਂ ਕਿੱਥੇ ਚਲਾਉਣੀ ਆ? ਅਤੇ ਮੈਂ ਕਿਹਾ ਮੈਂ ਜ਼ਿਆਦਾ ਨਹੀਂ ਚਲਾਉਣੀ, ਮੈਂ ਸਕੂਲ ਜਾਣਾ, ਬਸ ਸਕੂਲ ਆਉਣਾ ਤਾਂ ਸਕੂਲ ਜਾਣਾ। ਵਧੀਆ ਚਲਾਉਂਗੇ। ਮੈਂ ਕਿਹਾ ਤੁਸੀਂ ਵੀ ਤਾਂ ਚਲਾਉਂਗੇ, ਤੁਹਾਨੂੰ ਵੀ ਤਾਂ ਮਿਲੀ ਆ ਵੀਲ ਚੇਅਰ, ਤੁਸੀਂ ਵੀ ਮੇਰੇ ਨਾਲ ਬਰਾਬਰ ਬੈਠੇ ਵੇ। ਕਹਿੰਦੀ ਨਹੀਂ ਮੈਂ ਕਿੱਥੋਂ ਚਲਾਉਣੀ ਆ, ਇਹ ਤਾਂ ਅੰਦਰ ਹੀ ਰਹਿ ਜਾਣੀ ਅਨਾਥ ਆਸ਼ਰਮ ਦੇ, ਉੱਥੇ ਥੋੜ੍ਹੀ ਨਾ ਘੁੰਮਦੇ ਆ, ਉੱਥੇ ਕਿੱਥੇ ਅਸੀਂ ਘੁੰਮਣ ਜਾਂਦੇ ਆ, ਨਾ ਸਕੂਲ ਜਾਂਦੇ ਆ ਨਾ ਕੁਛ। ਮੈਨੂੰ ਬੜਾ ਹੀ ਫੀਲ ਹੋਇਆ ਉਹਨੂੰ ਦੇਖ ਕੇ ਕਿ ਉਹ ਇੱਦਾਂ ਕਿਉਂ ਕਹਿ ਰਹੀ ਹੈ ਕੁੜੀ ਵੀ ਘੁੰਮਣ ਵਾਲੀ। ਮੈਂ ਕਿਹਾ ਤੁਹਾਨੂੰ ਘੁਮਾਉਂਦੇ ਨਹੀਂ। ਇਹ ਤੋਂ ਪਹਿਲਾਂ ਉਹ ਕੁਛ ਹੋਰ ਬੋਲਦੀ ਜਾਂ ਮੈਨੂੰ ਕੁਛ ਹੋਰ ਦਿਲ ਦੀ ਗੱਲ ਦੱਸਦੀ, ਉਹਦੇ ਸਰ ਆ ਗਏ, ਉਹ ਚੁੱਪ ਕਰ ਗਈ। ਬਸ ਮੈਂ ਨਹੀਂ ਕਹਿ ਸਕਦੀ ਹਾਂ ਕਿ ਉਹਨਾਂ ਨੂੰ ਉੱਥੇ ਵਧੀਆ, ਦੇਖੋ ਵਧੀਆ ਵੀ ਹੋ ਸਕਦਾ ਹੈ, ਉੱਥੇ ਨਹੀਂ ਵੀ ਵਧੀਆ ਹੋ ਸਕਦਾ। ਇਹ ਤਾਂ ਉਹ ਬੱਚੇ ਨੂੰ ਪਤਾ ਹੋਏਗਾ। ਜਿੱਦਾਂ ਮੈਂ ਆਪਣੀ ਲਾਈਫ ਦੱਸਦੀ ਹਾਂ, ਆਪਣਾ ਬੀਤਿਆ ਕੱਲ੍ਹ ਵੀ ਦੱਸਦੀ ਹਾਂ, ਬੀਤਿਆ ਜਿਹੜਾ ਅੱਜ ਵੀ ਆ ਚੱਲ ਰਿਹਾ ਮੇਰਾ ਉਹ ਵੀ ਦੱਸਦੀ ਹਾਂ। ਇਹ ਤਾਂ ਉਹ ਬੱਚੇ ਹੀ ਦੱਸ ਸਕਦੇ ਉਹਨਾਂ ਨੇ ਕੀ ਬੀਤਦੀ ਆ, ਉਹਨਾਂ ਦਾ ਵਧੀਆ ਹੁੰਦਾ ਫਿਊਚਰ ਕਿ ਬਹੁਤ ਨਿਕੰਮਾ ਹੁੰਦਾ ਆ, ਕੀ ਸੱਟ ਖਾਂਦੇ ਆ, ਕੀ ਕਰਦੇ ਆ। ਉਹ ਬਸ ਇੰਨਾ ਮੈਨੂੰ ਪਤਾ। ਉਹ ਮੈਨੂੰ ਦੇਖ ਕੇ ਬੜੀ ਖੁਸ਼ ਹੋ ਰਹੀ ਸੀ, ਉਹਨੂੰ ਵੀਲ ਚੇਅਰ ਮਿਲਣ ਦੀ ਤਾਂ ਖੁਸ਼ੀ ਹੀ ਨਹੀਂ ਸੀ। ਉਹ ਬਸ ਮੈਨੂੰ ਹੀ ਦੇਖ ਰਹੀ ਸੀ, ਮੈਨੂੰ ਹੀ ਕਹਿ ਰਹੀ ਸੀਗੀ ਕਿ ਵਾਓ ਤੁਸੀਂ ਚਲਾਉਂਗੇ।
ਤੁਸੀਂ ਹੁਣ ਘੁੰਮੋਗੇ ਇਹਦੇ ਤੇ ਜਗ੍ਹਾ ਜਗ੍ਹਾ। ਤੇ ਮੈਂ ਇਹੀ ਚੀਜ਼ ਉਹਨਾਂ ਨੂੰ ਵੀ ਕਹੀ ਸੀ। ਬਿਲਕੁਲ ਹੀ ਨਾ, ਤੁਸੀਂ ਔਰ ਤੁਹਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਸਾਰਿਆਂ ਦੇ ਲਈ ਮਿਸਾਲ ਨੇ, ਜਿਨ੍ਹਾਂ ਦੇ ਬੱਚੇ ਤੁਹਾਡੇ ਵਾਂਗ ਹੀ ਹੁੰਦੇ ਨੇ, ਸਪੈਸ਼ਲ ਹੁੰਦੇ ਨੇ, ਔਰ ਪਰ ਆਪਣੇ ਬੱਚਿਆਂ ਨੂੰ ਉਹ ਕਿਸੇ ਨਾ ਕਿਸੇ ਅਨਾਥ ਆਸ਼ਰਮ ਦੇ ਵਿੱਚ ਛੱਡ ਆਉਂਦੇ ਨੇ, ਹੈ ਨਾ, ਜਾਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਛੱਡ ਹੁੰਦੇ ਨੇ। ਉਹਨਾਂ ਨੂੰ ਵੀ ਤੁਹਾਡੇ ਤੋਂ ਇੱਕ ਸਿੱਖਿਆ ਲੈਣ ਦੀ ਜ਼ਰੂਰਤ ਹੈ। ਅਜਿਹੇ ਪੇਰੈਂਟਸ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ? ਮੈਂ ਦੇਖੋ ਪੇਰੈਂਟਸ ਉਹ ਬਹੁਤ ਵਧੀਆ ਹੁੰਦੇ ਆ, ਨਹੀਂ ਛੱਡਦੇ ਆ ਮੈਨੂੰ ਜਿੱਥੇ ਤੱਕ ਪਤਾ। ਮੇਰੀ ਇੰਟਰਵਿਊ ਹੁੰਦੀ ਨਾ, ਮੈਂ ਉੱਥੇ ਨੀਚੇ ਕਮੈਂਟ ਦੇਖਦੀ ਆ ਕਿ ਕਮੈਂਟ ਕੀ ਆ ਰਹੇ ਆ, ਤਾਂ ਉਹਨਾਂ 'ਚ ਕਈ ਵੀ ਮੈਂ ਤੁਹਾਨੂੰ ਕਹੂੰਗੀ 50% ਹੈਂਡੀਕੈਪਟ ਬੱਚਿਆਂ ਦੇ ਪੇਰੈਂਟਸ ਕਰਦੇ ਆ ਕਮੈਂਟ ਕਿ ਸਾਡੇ ਨਾਲ ਵੀ ਇਹੀ ਹੱਡ ਬੀਤੀ ਗੱਲਾਂ ਆ, ਇਹੀ ਕੁਛ ਹੋਇਆ ਹੈ। ਕਈ ਬਾਬੇ ਪਖੰਡੀ ਆਏ ਆ, ਕਈ ਸਾਨੂੰ ਲਾਰੇ ਲਾਉਂਦੇ ਆ, ਕਈ ਸਾਨੂੰ ਵੀ ਕਹਿੰਦੇ ਆ ਸਿੱਟਿਆਓ ਬੱਚਿਆਂ ਨੂੰ, ਇਹ ਕਰੇ ਉਹ ਮਤਲਬ ਕਈਆਂ ਨੇ ਪਾਲੇ ਵੀ 100% ਬੱਚੇ ਕਈਆਂ ਨੇ ਪਾਲੇ ਆ। ਉਹ ਤਾਂ 10% ਅਨਾਥ ਆਸ਼ਰਮ 'ਚ ਜਾਂਦੇ ਹੋਣੇ, ਕਿਉਂ? ਕਿਉਂਕਿ ਪੇਰੈਂਟਸ ਹੀ ਨਹੀਂ, ਜਿਨ੍ਹਾਂ ਦੇ ਪੇਰੈਂਟਸ ਨਹੀਂ ਨਾ ਹੁੰਦੇ ਉਹੀ ਜਾਂਦੇ ਅਨਾਥ ਆਸ਼ਰਮ। ਮਾਂ ਬਾਪ ਹੁੰਦੇ ਆ ਤਾਂ ਉਹ ਤਾਂ ਕੋਈ ਆ ਦਿਲ ਤੇ ਪੱਥਰ ਰੱਖ ਕੇ ਕਰਦਾ, ਕੋਈ ਇਨਸਾਨ ਮੈਂ ਕਹੂੰਗੀ, ਅਦਰਵਾਈਜ਼ ਨਹੀਂ। ਮੈਂ ਦੇਖਿਆ ਉਹ ਕਮੈਂਟ 'ਚ ਇਹੀ ਲਿਖਿਆ ਸੀ, ਸਾਡੇ ਬੱਚੇ, ਮੇਰੀ ਕੁੜੀ ਨੂੰ ਇੱਦਾਂ ਕੀਤਾ, ਮੇਰਾ ਬੱਚਾ। ਕਈ ਬਹੁਤ ਹੀ ਜ਼ਿਆਦਾ ਡੈਡ ਆ, ਸਿਲਾਈ ਕਰਦੇ ਆ ਘਰ, ਦੱਸਦੇ ਅਸੀਂ ਤੋਰ ਨਹੀਂ ਸਕਦੇ, ਲੇਕਿਨ ਜੋਬ ਨਹੀਂ ਹੈਗੀ। ਮੈਂ ਤਾਂ ਹੀ ਕਹਿੰਦੀ ਹਾਂ ਕਿ ਮੇਰੇ ਵਰਗੇ ਬੱਚਿਆਂ ਲਈ ਨਾ ਇੱਕ ਪੈਨਸ਼ਨ ਹੀ ਇੰਨੀ ਕਿ ਲਾ ਦਿਓ ਕਿ ਉਹਨਾਂ ਨੂੰ ਨਹੀਂ, ਫਿਰ ਜੇ ਤੁਸੀਂ ਨੌਕਰੀ ਨਹੀਂ ਦੇ ਸਕਦੇ, ਇਹੀ ਕਹਿ ਦਿੰਦੇ ਆ। ਮੇਨ ਤੁਹਾਨੂੰ ਦੱਸਾਂ ਮੁੱਦਾ ਪਤਾ ਕੀ ਰੱਖਦੇ ਆ, ਇਹ ਕੀ ਕਰੂਗਾ ਹੈਂਡੀਕੈਪਟ ਬੱਚਾ, ਬਲਾਈਂਡ ਕੀ ਕਰੂਗਾ ਜਿਹਨੂੰ ਦੀਦਾ ਹੀ ਨਹੀਂ, ਇੱਦਾਂ ਹੀ ਕਹਿੰਦੇ ਰਹਿੰਦੇ ਕੀ ਕਰੂਗਾ ਇਹ ਉਹ ਫਲਾਨਾ। ਮੈਂ ਸੋਚਦੀ ਹਾਂ ਮੈਂ ਕਿ ਹਾਏ ਉਹ ਰੋਂਦੇ ਆ, ਕਈ ਰੋ ਰੋ ਕੇ ਆਪਣਾ ਗੱਲ ਦਿਲ ਦੀ ਦੱਸਦੇ, ਤਾਂ ਮੈਂ ਸੁਣਦੀ ਹਾਂ ਉੱਥੇ, ਬੁਲਾਉਂਦੀ ਨਹੀਂ, ਸਪੈਸ਼ਲੀ ਦੂਰੋਂ ਦੇਖਦੀ ਹਾਂ ਕਿ ਹਾਂ ਹੈਲਪ ਇੱਕ ਦੂਜੇ ਦੀ ਜ਼ਰੂਰ ਕਰਦੇ। ਪਰ ਜੇ ਤੁਹਾਨੂੰ ਇੰਨਾ ਹੀ ਆ, ਮੈਂ ਇਹ ਲੋਕਾਂ ਨੂੰ ਕਹਿਣਾ ਚਾਹੁੰਦੀ, ਜੇ ਤੁਹਾਨੂੰ ਇੰਨਾ ਹੀ ਆ ਕਿ ਇਹ ਕੀ ਕਰ ਸਕਦੇ, ਇਹ ਉਹ ਇਹਨਾਂ ਕੋਲ ਕੁਛ ਨਹੀਂ ਹੋਣਾ, ਫਿਰ ਤੁਸੀਂ ਪੈਨਸ਼ਨ ਹੀ ਸਰਕਾਰ ਨੂੰ ਕਹੋ ਇਹਨਾਂ ਵਾਸਤੇ, ਪੈਨਸ਼ਨ ਹੀ ਇੰਨੀ ਲਾ ਦਿਓ ਕਿ ਇਹਨਾਂ ਨੂੰ ਲੋੜ ਹੀ ਨਾ ਪਵੇ, ਫਿਰ ਆਪਣੇ ਘਰ ਬੈਠੇ ਹੀ ਕਮਾ ਲੈਣ, ਉਸੇ ਪੈਸੇ ਨਾਲ ਕੋਈ ਵੀ ਕੰਮ ਖੋਲ੍ਹ ਲੈਣ, ਕੋਈ ਵੀ ਕੁਛ ਕਰ ਲੈਣ। ਪਤਾ ਤਾਂ ਹੋਊਗਾ ਉਹਨੂੰ ਆਉਂਦੀ ਆ ਮੈਂ ਰੋਟੀ ਖਾਣੀ ਆ, ਮੈਂ ਕਿਤੇ ਜਾਣਾ ਆ, ਘਰੋਂ ਬਾਹਰ ਜਾਂ ਘੁੰਮਣ ਜਾਣਾ ਆ, ਮੈਂ ਉਹਨਾਂ ਪੈਸਿਆਂ 'ਚ ਜਾ ਸਕਦਾ, ਇਹ ਚੀਜ਼ ਆ। ਤੇ ਹੀ ਨਾ ਕੋਈ ਐਦਾਂ ਦਾ ਸ਼ੌਂਕ ਜਿਹੜਾ ਕਿ ਤੁਹਾਡੇ ਦਿਲ ਵਿੱਚ ਰਹਿ ਗਿਆ ਹੋਵੇ ਕਿ ਹਾਏ ਮੈਂ ਵੀ ਐਦਾਂ ਕਰਨਾ ਚਾਹੁੰਦੀ ਹਾਂ, ਜਾਂ ਮੈਂ ਵੀ ਇੱਦਾਂ ਕਰਨਾ ਚਾਹੁੰਦੀ ਸੀ ਪਰ ਮੈਂ ਕਰ ਨਹੀਂ ਪਾਈ? ਹਾਂ, ਮੈਨੂੰ ਸਿੰਗਿੰਗ ਦਾ ਬਹੁਤ ਸ਼ੌਕ, ਬਹੁਤ ਸਿੰਗਿੰਗ, ਪੇਂਟਿੰਗ ਬਹੁਤ ਸ਼ੌਕ ਆ। ਮੇਰੇ ਪੇਂਟਿੰਗ 'ਚ ਨੰਬਰ ਹੀ ਬੜੇ ਆਉਂਦੇ ਸੀਗੇ, ਕਿਉਂਕਿ ਦੇਖੋ ਕੋਈ ਪੇਂਟਿੰਗ ਸਿੱਖ ਕੇ ਆਉਂਦੀ ਨਾ, ਮੈਨੂੰ ਬਿਨਾਂ ਸਿੱਖੇ ਹੀ ਲੈਕਚਰ ਜਦੋਂ ਕਲਾਸ 'ਚ ਲੱਗਦਾ ਹੁੰਦਾ ਸੀ ਨਾ, ਮੈਂ ਜ਼ਿਆਦਾ ਉਹ ਪੇਂਟਿੰਗ ਦਾ ਲਾਉਂਦੀ ਨਹੀਂ ਸੀ ਹੁੰਦੀ, ਤੇ ਜੇ ਲਾ ਲਿਆ ਤਾਂ ਮੇਰੇ ਟੌਪ ਦੇ ਨੰਬਰ ਆਉਂਦੇ ਹੁੰਦੇ ਸੀ। ਫਿਰ ਤੁਸੀਂ ਕੰਟੀਨਿਊ ਕਿਉਂ ਨਹੀਂ ਕੀਤਾ? ਮੈਂ ਫਿਰ ਮੈਨੂੰ ਇਹ ਸੀ ਨਾ ਜੌਬ, ਗੌਰਮੈਂਟ ਜੌਬ ਕਰਨੀ ਸੀਗੀ, ਅੱਛਾ, ਇਹ ਚੀਜ਼ ਸੀ। ਸ਼ੌਕ ਤਾਂ ਸੀ ਉਹਦੇ ਵੀ ਅਵੱਲੇ, ਲੇਕਿਨ ਉਹਦੇ ਵਿੱਚ ਖਰਚਾ ਹੁੰਦਾ ਆ, ਤੁਹਾਨੂੰ ਪਤਾ ਹੀ ਆ ਵੀ ਫਿਰ ਅੱਗੋਂ ਤੋਂ ਅੱਗੋਂ ਵੱਧ ਦਿਲ ਕਰਦਾ ਕਿ ਇੱਕ ਲੈਵਲ ਬਣਦਾ ਰਵੇ ਪੁਆਇੰਟ ਇੱਕ। ਜਿੱਦਾਂ ਹੁਣ ਪਾਰਲਰ ਦਾ ਬਹੁਤ ਸ਼ੌਕ ਆ, ਤੇ ਇਹ ਸ਼ੌਕ ਦੋ ਮੇਰੇ ਜ਼ਰੂਰ ਸੀਗੇ, ਇਹ ਅੱਖਾਂ ਬੰਦ ਕਰਕੇ ਮੈਨੂੰ ਆਉਂਦੇ ਸਿੱਖਣੇ ਆ, ਇਹ ਮੈਂ ਛੱਡਣੇ ਨਹੀਂ ਆ। ਇਹ ਪੈਸਾ ਮੈਂ ਕਹਿੰਦੀ ਆ ਵੀ ਚਲੋ ਮੈਨੂੰ, ਮੈਂ ਇੱਕ ਹੈਲਪ ਲੈਣਾ ਚਾਹੁੰਦੀ ਆ, ਅਗਰ ਕੋਈ ਹੋਇਆ ਬਸ ਮੈਨੂੰ ਇੰਨੀ ਹੈ, ਮੇਰੀ ਜਿਹੜੀ ਜੌਬ ਆ ਨਾ ਮੈਨੂੰ ਪੱਕੇ ਤੌਰ 'ਤੇ ਮਿਲ ਜਾਵੇ, ਹੋ ਸਕੇ ਤਾਂ ਮੇਰੇ ਵਰਗੇ ਜਿਹੜੇ ਬੱਚੇ ਨਾ ਮੈਂ ਉਹਨਾਂ ਦੀ ਹੈਲਪ ਕਰਾਂਗੀ, ਉਹਨਾਂ ਲਈ ਹੱਕ ਲਈ ਲੜਾਂਗੀ। ਮੈਨੂੰ ਇਹ ਆ, ਮੈਂ ਉਹਨਾਂ ਲਈ ਸਪੋਰਟ ਲਈ ਖੜੀ ਹੋਣਾ ਚਾਹੁੰਦੀ ਆ ਕਿ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਵੀ ਤੁਸੀਂ ਹਾਰੋ ਨਾ, ਹੋ ਸਕੇ ਜੋ ਤੁਹਾਡੇ ਹੱਥ ਦੇ ਵਿੱਚ ਹੁਨਰ ਹੈ ਨਾ ਉਹ ਫੜ ਲਓ, ਦੇਖੋ ਕਾਮਯਾਬੀ ਆਪੇ ਮਿਲੂਗੀ। ਸੋਚ 50% ਤਾਂ ਮਿਲੂਗੀ, ਨਹੀਂ ਤਾਂ ਉਹ ਵੀ ਨਹੀਂ ਮਿਲਦੀ ਬਿਲਕੁਲ। ਇਹ ਚੀਜ਼। ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਫਿਰ ਹੀ ਕਿਸੇ ਨਾ ਕਿਸੇ ਕਾਮਯਾਬੀ ਦਾ ਜਿਹੜਾ ਰਸਤਾ ਹੁੰਦਾ ਹੈ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਇੱਕ ਵਾਰ ਰਸਤੇ ਤੇ ਤੁਰਨ ਦੀ ਜ਼ਰੂਰਤ ਹੁੰਦੀ ਹੈ, ਫਿਰ ਅੱਗੇ ਅੱਗੇ ਦਰਵਾਜ਼ੇ ਜਿਹੜੇ ਨੇ ਤੁਹਾਡੀ ਕਿਸਮਤ ਦੇ ਉਹ ਆਪਣੇ ਆਪ ਹੀ ਖੁੱਲ੍ਹਦੇ ਜਾਂਦੇ ਨੇ। ਔਰ ਤੁਹਾਨੂੰ ਵੀ ਇਹਨਾਂ ਤੋਂ, ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਵੀ ਹੌਸਲਾ ਨਹੀਂ ਹਾਰਿਆ, ਤੁਹਾਡੇ ਪੇਰੈਂਟਸ ਦੀ ਵੀ ਦਾਦ ਦੇਣੀ ਬਣਦੀ ਹੈ। ਇਹਨਾਂ ਤੋਂ ਔਰ ਉਹਨਾਂ ਦੇ ਪੇਰੈਂਟਸ ਤੋਂ ਸਿੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਅੱਜ ਕੱਲ੍ਹ ਜ਼ਿੰਦਗੀ ਹੀ ਇੱਦਾਂ ਦੀ ਹੋ ਗਈ ਹੈ ਕਿ ਲੋਕ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ। ਲਾਈਫ ਸਟਾਈਲ ਹੀ ਆਪਾਂ ਖੁਦ ਇੱਦਾਂ ਦਾ ਕਰ ਲਿਆ ਕਿ ਅਸੀਂ ਸਭ ਕੁਝ ਹੁੰਦੇ ਹੋਏ ਵੀ, ਸਾਰੀਆਂ ਸਹੂਲਤਾਂ ਹੁੰਦੇ ਹੋਏ ਵੀ ਸਿਰਫ ਆਪਣੀਆਂ ਜ਼ਰੂਰਤਾਂ ਵਧਾ ਕੇ ਉਸ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹਾਂ। ਅਸੀਂ ਕੰਮ ਕਰਨ ਬਾਰੇ ਸਿਰਫ ਸੋਚਦੇ ਹਾਂ ਪਰ ਉਸ ਰਸਤੇ 'ਤੇ ਤੁਰਨ ਤੋਂ ਡਰਦੇ ਹਾਂ। ਸਾਨੂੰ ਸਿਰਫ ਉਸ ਰਸਤੇ 'ਤੇ ਤੁਰਨ ਦੀ ਜ਼ਰੂਰਤ ਹੁੰਦੀ ਹੈ ਤੇ ਉਸ ਤੋਂ ਬਾਅਦ ਬਸ ਮੰਜ਼ਿਲ ਜਿਹੜੀ ਆ ਆਪਣੇ ਆਪ ਮਿਲ ਜਾਂਦੀ ਹੈ। ਅਗਰ ਹਿਨਾ ਕਰ ਸਕਦੀ ਹੈ ਤਾਂ ਤੁਸੀਂ ਵੀ ਜ਼ਰੂਰ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਹਿਨਾ ਕਿ ਤੁਸੀਂ ਸਾਨੂੰ ਵਕਤ ਦਿੱਤਾ। ਜਾਂਦੇ ਜਾਂਦੇ ਆਡੀਅנס ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਜਾਂਦੇ ਜਾਂਦੇ ਆਡੀਅנס ਨੂੰ ਆਪਣੇ ਦੇਸ਼ ਲਈ ਗਾਣਾ ਗਾ ਕੇ ਸੁਣਾਉਂਗੀ। ਬਿਲਕੁਲ ਬਿਲਕੁਲ। ਤੇ ਕਿਉਂਕਿ ਮੈਨੂੰ ਆਵਾਜ਼ ਨਹੀਂ, ਪਹਿਲ ਸਿੱਖਿਆ ਕੁਛ ਨਹੀਂ ਆ, ਮੈਨੂੰ ਸ਼ੌਕ ਸੀ ਜਦੋਂ ਗਾਉਂਦੇ ਸੀ ਦੇਸ਼ ਭਗਤੀ ਦੇ, ਜਦੋਂ ਵੈਸੇ ਹੀ ਮੈਨੂੰ ਬੋਲ ਗਾਉਣ ਦਾ ਬਹੁਤ ਸ਼ੌਕ ਆ, ਤੇ ਮੈਂ ਉਹਨਾਂ ਲਈ ਇਹੀ ਗਾਉਂਗੀ। ਵੈਸੇ ਵੀ 15 ਅਗਸਤ ਆ ਰਹੀ ਹੈ ਜੀ, ਤੇ ਚਲੋ ਮੈਂ ਉਹਨਾਂ ਲਈ ਗਾਉਂਗੀ।
मेरा रंग दे बसंती चोला हो, मेरा रंग दे बसंती चोला, मेरा रंग दे बसंती चोला हो, माए रंग दे बसंती चोला। आज़ादी को चली बहाने दीवानों की टोलियाँ, आज़ादी को चली बहाने दीवानों की टोलियाँ, खून से अपने लिख देंगे हम इंकलाब की बोलियाँ, हम वापस लौटेंगे लेके आज़ादी का डोला। मेरा रंग दे हो, मेरा रंग दे बसंती चोला, मेरा रंग दे बसंती चोला हो, अज रंग दे हो माए रंग दे, मेरा रंग दे बसंती चोला, मेरा रंग दे बसंती चोला, माए रंग दे बसंती चोला। ਬਹੁਤ ਹੀ ਪਿਆਰੀ ਆਵਾਜ਼ ਹੈ ਹਿਨਾ ਤੁਹਾਡੀ ਔਰ ਤੁਸੀਂ ਬਹੁਤ ਹੀ ਸੋਹਣਾ ਗਾਇਆ। ਉਮੀਦ ਕਰਦੇ ਹਾਂ ਕਿ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ, ਭਾਵੇਂ ਉਹ ਸਿੰਗਿੰਗ ਦਾ ਹੈ, ਚਾਹੇ ਪੇਂਟਿੰਗ ਦਾ ਹੈ ਤੇ ਚਾਹੇ ਫਿਰ ਉਹ ਸਰਕਾਰੀ ਨੌਕਰੀ ਦਾ ਸੁਪਨਾ ਹੈ। ਮਾਸ਼ਾਅੱਲਾ ਤੁਹਾਡੇ ਸਾਰੇ ਸੁਪਨੇ ਜ਼ਰੂਰ ਪੂਰੇ ਹੋਣਗੇ। ਸੋ ਇਹ ਸਨ ਹਿਨਾ ਜੋ ਕਿ ਕਹਿ ਸਕਦੇ ਹਾਂ ਕਿ ਸਰੀਰਕ ਤੌਰ 'ਤੇ ਥੋੜ੍ਹੇ ਜਿਹੇ ਕਮਜ਼ੋਰ ਹੁੰਦੇ ਹੋਏ ਵੀ ਆਪਣੇ ਦਿਮਾਗ ਤੋਂ ਨਾ ਉਹ ਕਮਜ਼ੋਰ ਪਏ ਨੇ ਅਤੇ ਨਾ ਹੀ ਉਹਨਾਂ ਨੇ ਆਪਣਾ ਹੌਸਲਾ ਛੱਡਿਆ ਹੈ ਅਤੇ ਅੱਜ ਆਪਣੀ ਜ਼ਿੰਦਗੀ ਦੀਆਂ ਉਹਨਾਂ ਰਾਹਾਂ 'ਤੇ ਨਿਕਲ ਪਏ ਨੇ ਜਿਨ੍ਹਾਂ 'ਤੇ ਨਿਕਲਣ ਤੋਂ ਵੱਡੇ ਵੱਡੇ ਕਤਰਾਚ ਆਉਂਦੇ ਨੇ। ਜੋ ਅਜਿਹੀਆਂ ਹੋਰ ਕਹਾਣੀਆਂ ਲੈ ਕੇ, ਅਜਿਹੇ ਹੋਰ ਕਿੱਸੇ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਅੱਜ ਦੇ ਇਸ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਤੁਸੀਂ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਵਧੇਰੇ ਜਾਣਕਾਰੀ ਦੇ ਲਈ ਸਬਸਕ੍ਰਾਈਬ ਕਰ ਸਕਦੇ ਹੋ ਸਾਡਾ YouTube ਚੈਨਲ ਅਤੇ ਨਾਲ ਹੀ ਲਾਈਕ ਕਰੋ Facebook ਪੇਜ ਵੀ। ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਆਪਣੀ ਰਾਏ ਅਤੇ ਨਾਲ ਹੀ ਉਹ ਮੁੱਦੇ ਜਿਨ੍ਹਾਂ 'ਤੇ ਤੁਸੀਂ ਵਿਚਾਰ ਚਰਚਾ ਕਰਨਾ ਚਾਹੁੰਦੇ ਹੋ, ਕਿਉਂਕਿ ਤੁਹਾਡੀ ਰਾਏ ਸਾਡੇ ਲਈ ਬੇਹੱਦ ਮਾਇਨੇ ਰੱਖਦੀ ਹੈ। ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ ਅਤੇ ਉਸ ਲਈ ਮੈਨੂੰ ਦੇ ਇਜਾਜ਼ਤ। ਧੰਨਵਾਦ।